विदाउट इंस्ट्रूमेंट मैं कभी जिम नहीं जाता, कुछ नहीं जाता, घर ही मैं करना। अगर मैं जिम जाता होंदा तो मेरे ख्याल जिन्नी बॉडी मेरी हुण है इस कुछ ज़्यादा बॉडी फिट होंदी। तो फिर मैं जानी कि 55 च मिस्टर लुधियाना बनया, फिर मिस्टर पंजाब बनया, फिर जानी कि इंडिया अखबार च फोटो भी आई सी कि पावर मीट दे विच मेरे नाल कोई बंदा मुकाबला नहीं कर सकिया सी। ते ऐदा करके ना मैनू जिथे भी लोगों ने मिलना उत्थे कहंदा जी मैनू डोलो दिखाओ। शुरुआत जानी कि तुहाडी जे मैं कहां कि इस लाइन दे विच आउणा जिहड़ा तुहाडा होया वो फादर साहब नूं देख देख के आउणा होया। हाँ फादर साहब ने, मगर साढ़े फादर एडे स्ट्रोंग हो गए सी, असी तो सामने जीरो भी नहीं गए, बहुत ताकतवर सी वो उन्हां दा जानी कि भी पाकिस्तान च नां सी काफ़ी। अगर मैं गलती भी करना सी तो वो यानी कि इस चीज़ नूं माइंड नहीं करते सी भी ठीक है भी भलवान टाइप हो गया, कोई गल नहीं इनू। बहुत अच्छी तरह मैं रहा, मैं जिथे भी मैं गया ना मैनू बहुत सपोर्ट मिली। कि भी मैं यानी कि 2 रोटियां खाना सी ते किलो दूध पीना सी। जिन्हें कंपटीशन में ऐसे नाल ही लड़े ने, ना कोई एग, ना कोई मीट, ना कोई जूस, ना कोई फ्रूट। यू यूज दोज थिंग्स दैट लीव डैट। अगर तुसी डब्बे ते रहोगे ना और तो जो डब्बा छोड़ोगे यू विल बी इन दी हॉस्पिटल। नॉन वैज बहुत घੱਟ ਖਾਧਾ ਹੈ। ਹੁਣ ਅਸੀਂ ਉਹ ਬੋਇਲਡ ਐਗ ਇਹਨਾਂ ਦੇਈਦੇ ਆ, ਆਪ ਵੀ ਨਾਲ ਲਈਦੇ ਆ। ਬਾਕੀ ਉਹ ਜਿਹੜੀ ਇਹਨਾਂ ਦੀ ਡਾਈਟ ਹੁੰਦੀ ਹੈ ਉਹ ਅਸੀਂ ਵੀ ਨਾਲ ਨਾਲ ਵਿੱਚੋਂ ਚੁੱਕ ਕੇ ਖਾ ਲਈਦੀ ਹੈ। ਉਹ ਅਸੀਂ ਖਾਲੀ ਬਾਲਟੀ ਦੇ ਵਿੱਚ ਪਾਣੀ ਭਰ ਕੇ ਹਾਫ ਦੇ ਉਹਦੇ ਨਾਲ ਵਿੱਚ ਅਸੀਂ ਮਤਲਬ ਕਿ ਕਰਕੇ ਐਕਸਰਸਾਈਜ਼ ਦਾ ਕੋਟਾ ਕਰ ਲਈਦਾ। ਕਿੱਡੀਆਂ ਇੰਨੇ ਚੂਰ ਚੱਲਦਾ ਵਾ। ਇੱਦਾਂ ਹੀ ਮੇਰੇ ਦਾਦਾ ਜੀ ਤੋਂ ਮੇਰੇ ਫਾਦਰ ਸਾਹਿਬ ਨੂੰ ਆਇਆ, ਫਾਦਰ ਸਾਹਿਬ ਤੋਂ ਮੈਨੂੰ ਟ੍ਰਾਂਸਫਰ ਹੋ ਗਿਆ। मैनू कैंसर हो गया सी और मैं यानी कि इत्थे सारे दिखाया, हॉस्पिटल वाले ने उन्हें कहा भी तुहाडा केस कुछ मुश्किल है। ਜਿਹੜੀ ਤੁਹਾਡੀ ਅਮੀਰ ਖਾਨ ਦੇ ਨਾਲ ਮੁਲਾਕਾਤ ਹੋਈ ਹੈ ਜੀ, ਇਹ ਕਦੋਂ ਹੋਈ ਸੀ ਤੇ ਕਿੱਥੇ ਹੋਈ ਸੀ? ਅੱਜ ਦੇ ਸਮੇਂ ਦੀ ਜੇਕਰ ਗੱਲ ਕਰੀਏ, ਹਰ ਕੋਈ ਫਿੱਟ ਰਹਿਣਾ ਚਾਹੁੰਦਾ ਹੈ ਪਰ ਟਾਈਮ ਕਿਸੇ ਕੋਲ ਨਹੀਂ ਹੈ, ਐਕਸਰਸਾਈਜ਼ ਕੋਈ ਨਹੀਂ ਲਗਾਉਣਾ ਚਾਹੁੰਦਾ। ਤਾਂ ਅੱਜ ਇੱਕ ਫਿੱਟ ਰਹਿਣ ਦੀ ਜਾਂ ਤੰਦਰੁਸਤੀ ਦੀ ਅਜਿਹੀ ਮਿਸਾਲ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ। ਕਿਉਂਕਿ ਜਦੋਂ ਅਸੀਂ ਇਸ ਇੱਕ ਇਨਸਾਨ ਨੂੰ ਮਿਲੇ ਸੀਗੇ ਤਾਂ ਉਹਨਾਂ ਨੂੰ ਦੇਖ ਕੇ ਅਸੀਂ ਵੀ ਹੈਰਾਨ ਹੋਏ ਸੀ। ਦਰਅਸਲ 87 ਸਾਲ ਦੀ ਉਮਰ ਦੇ ਵਿੱਚ ਇਨਸਾਨ ਇੰਨਾ ਕੁ ਜ਼ਿਆਦਾ ਫਿੱਟ ਨੇ ਕਿ ਉਹਨਾਂ ਨੂੰ ਦੇਖ ਕੇ ਤੁਹਾਨੂੰ ਵੀ ਜਿਹੜਾ ਹੈਰਾਨਗੀ ਹੋਏਗੀ, ਤੁਸੀਂ ਵੀ ਹੈਰਾਨ ਰਹਿ ਜਾਓਗੇ। ਮੇਰੇ ਨਾਲ ਅਮੀਰ ਚੰਦ ਟੰਡਨ ਜੀ ਨੇ ਜੋ ਕਿ
ਉਮਰ ਉਹਨਾਂ ਦੀ 87 ਸਾਲ ਹੈ ਔਰ ਤਸਵੀਰਾਂ ਤੁਸੀਂ ਦੇਖ ਰਹੇ ਹੋ, ਫਿਟਨੈਸ ਦੇਖ ਰਹੇ ਹੋ। ਮੈਨੂੰ ਨਹੀਂ ਲੱਗਦਾ ਕਿ 87 ਸਾਲ ਦੀ ਉਮਰ ਦੇ ਵਿੱਚ ਕੋਈ ਇੰਨਾ ਫਿੱਟ ਹੋਏਗਾ। ਮੈਂ ਦੱਸ ਦਿੰਦਾ ਕਿ ਸਰ ਦੇ ਵੱਲੋਂ ਪੰਜਾਬ ਦੇ ਲਈ ਜਿਹੜੀ ਇਹਨਾਂ ਨੇ ਬੋਡੀ ਬਿਲਡਿੰਗ ਵੀ ਕੀਤੀ ਆ, ਵੇਟ ਲਿਫਟਿੰਗ ਵੀ ਕੀਤੀ ਆ, ਇੱਕ ਇੱਕ ਕਰਕੇ ਜਾਣਾਂਗੇ ਵੀ। ਸਰ ਉਮਰ ਮੈਂ ਇੱਕ ਵਾਰ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਮੂੰਹੋਂ ਦੱਸ ਦਿਓ, ਮੈਂ ਤਾਂ ਦੱਸ ਹੀ ਦਿੱਤੀ ਆ ਕਿਉਂਕਿ ਦਰਸ਼ਕਾਂ ਨੂੰ ਯਕੀਨ ਹੋ ਜਾਏਗਾ। ਮੇਰੀ 87 3 ਮੰਥਸ ਮੇਰੀ ਅਸਲੀ ਏਜ ਹੈਗੀ ਹੈ ਅਤੇ ਆਪਣਾ ਠੀਕ ਠਾਕ ਹੈ। ਬਾਕੀ ਹੋਰ ਕੋਈ ਚੀਜ਼ ਤੁਸੀਂ ਦੱਸੋ, ਉਹ ਮੈਂ ਦੱਸਣਾ ਪਈ ਕਿ ਵੀ ਲੋਕ ਆਉਂਦੇ ਨੇ ਜੀ ਇੰਨੀ ਫਿਟਨੈਸ ਕਿਸ ਤਰ੍ਹਾਂ ਹੋਈ ਹੈ। ਮੈਂ ਕਿਹਾ ਭਾਈ ਮੈਂ ਤਾਂ ਵਿਦਆਊਟ ਇੰਸਟਰੂਮੈਂਟ ਮੈਂ ਕਦੀ ਜਿਮ ਨਹੀਂ ਜਾਂਦਾ, ਕੋਈ ਨਹੀਂ ਜਾਂਦਾ, ਘਰ ਹੀ ਮੈਂ ਕਰਨਾ। ਅਗਰ ਮੈਂ ਜਿਮ ਜਾਂਦਾ ਹੁੰਦਾ ਤਾਂ ਮੇਰੇ ਖਿਆਲ ਜਿੰਨੀ ਬੋਡੀ ਮੇਰੀ ਹੁਣ ਹੈ ਇਸ ਕੁਝ ਜ਼ਿਆਦਾ ਬੋਡੀ ਫਿਟ ਹੁੰਦੀ, ਮਗਰ ਨਾ ਮੇਰਾ ਬਹੁਤਾ ਇੰਟਰਸਟ ਨਹੀਂ ਰਿਹਾ ਸੀ। ਮੈਂ ਤਾਂ ਜਸਟ ਟੂ ਕੀਪ ਮਾਈ ਸੈਲਫ ਫਿਟ, ਫਿਰ ਮੈਂ ਆਪਣਾ ਯਾਨੀ ਕਿ ਘਰ ਹੀ ਐਕਸਰਸਾਈਜ਼ ਇੱਦਾਂ ਕਰ ਲਿੱਤਾ, ਇੱਦਾਂ ਕਰ ਲਿੱਤਾ, ਇੱਦਾਂ ਕਰ ਲਿੱਤਾ, ਯਾਨੀ ਕਿ ਇਹਦੇ ਨਾਲ ਹੀ ਬੋਡੀ ਮੈਂ ਆਪਣੀ ਫਿਟਨੈਸ ਰੱਖੀ ਹੈ। ਤਾਂ ਜ਼ਿੰਦਗੀ ਦੇ ਵਿੱਚ ਕਦੇ ਵੀ ਸਰ ਜਿਮ ਵਗੈਰਾ ਤੁਸੀਂ ਜੁਆਇਨ ਨਹੀਂ ਕੀਤਾ? ਨਹੀਂ, ਮੈਂ ਜਿਮ 'ਚ ਰਿਹਾ ਜੀ ਪਹਿਲਾਂ। ਬਈ ਪਹਿਲਾਂ ਮੈਂ ਰੈਸਲਿੰਗ ਕਰਦਾ ਰਿਹਾ, ਫਿਰ ਕਮੇਟੀ ਬਾਗ 'ਚ ਜਿਮ ਬਣਾਇਆ ਸੀ 54 'ਚ 52 'ਚ, ਅਤੇ ਫਿਰ ਮੈਂ ਯਾਨੀ ਕਿ 55 'ਚ ਮਿਸਟਰ ਲੁਧਿਆਣਾ ਬਣਿਆ, ਫਿਰ ਮਿਸਟਰ ਪੰਜਾਬ ਬਣਿਆ, ਫਿਰ ਯਾਨੀ ਕਿ ਇੰਡੀਆ 'ਚ ਗਿਆ, ਕੋਈ ਨੰਬਰ ਨਹੀਂ ਲੱਗਿਆ ਸੀ। ਯਾਨੀ ਕਿ ਮਿਸਟਰ ਪੰਜਾਬ ਤੁਸੀਂ ਰਹੇ ਹੋ ਪਹਿਲਾਂ? ਹਾਂ ਮਿਸਟਰ ਪੰਜਾਬ ਵੀ ਸੇਮ ਈਅਰ, ਯਾਨੀ ਕਿ ਮਿਸਟਰ ਲੁਧਿਆਣਾ ਮਿਸਟਰ ਪੰਜਾਬ 1955 'ਚ। ਕਿੰਨੇ ਕੰਪੀਟੀਸ਼ਨ ਸਰ ਤੁਸੀਂ ਲੜੇ ਸੀ ਜਿਸ ਦੇ ਵਿੱਚ ਤੁਸੀਂ ਮਿਸਟਰ ਪੰਜਾਬ ਬਣੇ ਹੋ? ਕੋਈ ਅਗਰ ਯਾਦ ਹੋਵੇ ਤੁਹਾਡੇ ਕਿ ਕਿੰਨੀ ਵਾਰ ਤੁਸੀਂ ਮਿਸਟਰ ਪੰਜਾਬ? ਪਹਿਲਾਂ ਦੇਖੋ ਜੀ ਮਿਸਟਰ ਲੁਧਿਆਣੇ ਦਾ ਕੰਪੀਟੀਸ਼ਨ ਸੀ, ਯਾਨੀ ਕਿ ਲੁਧਿਆਣੇ ਦੇ ਵਿੱਚ ਬੋਡੀ ਬਿਲਡਰ ਬਹੁਤ ਵਧੀਆ ਸੀ, ਮਗਰ ਮੇਰੀ ਕੁਛ ਰੱਬ ਨੇ ਹੀ ਹੈਲਪ ਕੀਤੀ। ਜਦੋਂ ਮੈਂ ਸਟੇਜ 'ਤੇ ਗਿਆ ਸਾਰਿਆਂ ਨੇ ਤੌੜੀਆਂ ਮਾਰੀਆਂ ਕਿ ਵੀ ਬਹੁਤ ਵਧੀਆ ਬੋਡੀ ਹੈ। ਮੇਰੇ ਯਾਨੀ ਬੋਡੀ ਬਹੁਤ ਵਧੀਆ ਸੀ, ਅਤੇ ਯਾਨੀ ਕਿ ਫਿਰ ਮਸਕੂਲਰ ਮੂਵਮੈਂਟ ਦੱਸੀ, ਜਿਹੜੇ ਪੋਜ਼ ਦਿੱਤੇ, ਲੈਣਾ ਦੇਣਾ ਉਹਨਾਂ ਨੂੰ ਪਸੰਦ ਹੈ। ਇੱਥੇ ਯਾਨੀ ਕਿ IAS ਆਫਿਸਰ ਸੀ ਮਿਸਟਰ ਆਪਣਾ, ਜਿਹੜੇ ਕਮੇਟੀ ਦੇ ਸਾਰੇ ਇੰਚਾਰਜ ਸੀ ਉਹ ਆਏ। ਫਿਰ ਜਿਹੜਾ ਪੰਜਾਬ, ਜਿਹੜਾ ਕਿ ਲੁਧਿਆਣੇ ਦਾ ਕਮੇਟੀ ਦਾ ਵੱਡਾ ਬਣਿਆ ਸੀ ਉਹ ਉੱਥੇ ਬੈਠਾ ਸੀ, ਮਿਸਟਰ ਸੋਂਧੀ ਸੀ। ਸਾਰਿਆਂ ਨੇ ਬਹੁਤ ਖੁਸ਼ ਕਰਕੇ ਨਾ ਫਿਰ ਮੇਰਾ ਨਾਮ ਉਹਨਾਂ ਨੇ ਫਸਟ ਕੱਢਿਆ, ਅਤੇ ਮੈਨੂੰ ਬੜੀ ਖੁਸ਼ੀ ਹੋਈ। ਅਤੇ ਇੱਦਾਂ ਹੀ ਕਿ ਮੈਂ ਬਹੁਤ ਹੀ ਐਕਸਰਸਾਈਜ਼ ਉਸ ਕਰਨਾ ਵੀ ਗਿਆ ਸੀ, ਮਗਰ ਨਹੀਂ ਫਿਰ ਕਿਉਂਕਿ ਮੈਂ ਆਪਣੇ ਬੈਂਕ ਦੇ ਵਿੱਚ ਜਾਣਾ, ਹੋਰ ਕੰਮ ਕਰਨੇ ਲਿਆਂਦਾ। ਆਈ ਅਡੋਪਟਡ ਐਜ਼ ਏ ਹੌਬੀ, ਆਈ ਵਾਜ਼ ਨਾਟ ਵੈਰੀ ਸੀਰੀਅਸ। ਔਰ ਮੈਨੂੰ ਵੇਟ ਲਿਫਟਿੰਗ ਕਦੋਂ ਸ਼ੁਰੂ ਹੋਈ, ਰੋਜ਼ ਗਾਰਡਨ ਦੇ ਵਿੱਚ ਇੱਕ ਪੱਥਰ ਪਿਆ ਸੀ ਬਹੁਤ ਵੱਡਾ, ਮੈਂ ਉੱਥੇ ਨਾ ਐਕਸਰਸਾਈਜ਼ ਕਰ ਰਿਹਾ ਸੀ। ਇੱਕ ਜਿਹੜੇ ਨੇ ਇੱਕ ਸਰਦਾਰ ਬਚਨ ਸਿੰਘ ਸੀ, ਉਹਨੇ ਆਪਣੇ ਯਾਨੀ ਕਿ ਵੀ ਲੋਕਾਂ ਨੂੰ ਟ੍ਰੇਨਿੰਗ ਦਿੰਦਾ ਸੀ ਵੇਟ ਲਿਫਟਿੰਗ ਦੀ, ਅਤੇ ਮੈਨੂੰ ਉਹਨੇ ਦੇਖਿਆ ਵੀ ਡੰਡ ਕੱਢ ਰਿਹਾ, ਔਰ ਮੇਰੇ ਕੋਲ ਆਇਆ ਕਿ ਤੂੰ ਇਹ ਪੱਥਰ ਚੁੱਕ ਸਕਣਾ? ਮੈਂ ਕਿਹਾ ਮੈਂ ਦੇਖਣਾ ਟਰਾਈ ਕਰਨਾ। ਮੈਂ ਉਹ ਪੱਥਰ ਚੁੱਕ ਕੇ ਉਹਦੇ ਮੈਂ ਕਿੰਨੇ ਵਾਧੇ ਕੱਢਤੇ, ਅਤੇ ਉਹਨੇ ਕਿਹਾ ਕਿ ਤੁਸੀਂ ਵੇਟ ਲਿਫਟਿੰਗ ਕਿਉਂ ਨਹੀਂ ਸ਼ੁਰੂ ਕਰਦੇ? ਤੁਸੀਂ ਜਦੋਂ ਤੁਸੀਂ ਵੇਟ ਲਿਫਟਿੰਗ ਕਰੋਗੇ ਯੂ ਵਿਲ ਸਟੈਂਡ ਫਸਟ ਇਨ ਦੀ ਪੰਜਾਬ। ਕਹਿੰਦਾ ਤੁਸੀਂ ਮੇਰੇ ਕੋਲ ਆ ਜਾਓ। ਸ਼ਾਹਪੁਰ ਰੋਡ 'ਤੇ ਉਹਨਾਂ ਦੇ ਹੈਗਾ ਸੀ ਜਿਮ ਬਣਾਇਆ ਸੀ, ਉੱਥੇ ਮੈਂ ਐਕਸਰਸਾਈਜ਼ ਕਰਦਾ ਰਿਹਾ। ਔਰ ਜਿੰਨੇ ਵੀ ਪੰਜਾਬ ਦੇ ਕਿੰਨੇ ਸਾਲ ਮੈਂ ਕੰਪੀਟੀਸ਼ਨ ਲੜੇ ਨੇ, ਮੈਂ ਹਮੇਸ਼ਾ ਫਸਟ ਹੀ ਆਉਣਾ ਸੀ। ਨੌਰਥ ਇੰਡੀਆ 'ਚ ਵੀ ਮੈਂ ਆ ਗਿਆ। ਇੱਕ ਹੈਗੀ ਸੀ ਆਪਣਾ ਜਲੰਧਰ ਪਾਵਰ ਮੀਟ ਨਾਰਥਰਨ ਇੰਡੀਆ ਦੀ, ਉਹਦਾ ਸਰਟੀਫਿਕੇਟ ਮੇਰੇ ਕੋਲ ਪਿਆ ਹੈ, ਉਹ ਅਖਬਾਰ ਦੀ ਫੋਟੋ ਵੀ ਪਈ ਹੈ। ਉਹਦੇ ਵਿੱਚ ਵੀ ਫਿਰ ਮੈਂ ਕੰਪੀਟੀਸ਼ਨ ਦੇ ਵਿੱਚ ਆਈ ਗੌਟ ਦੀ ਫਸਟ ਪ੍ਰਾਈਜ਼। ਉਹ ਅਖਬਾਰ 'ਚ ਫੋਟੋ ਵੀ ਆਈ ਸੀ ਕਿ ਪਾਵਰ ਮੀਟ ਦੇ ਵਿੱਚ ਮੇਰੇ ਨਾਲ ਕੋਈ ਬੰਦਾ ਮੁਕਾਬਲਾ ਨਹੀਂ ਕਰ ਸਕਿਆ ਸੀ। ਪੁਲਿਸ ਲਾਈਨ ਦੇ ਬੰਦੇ ਆਏ ਸੀ ਉੱਥੇ ਜਲੰਧਰੋਂ, ਉਹਨਾਂ ਨੇ ਮੈਂ ਹਰਾ ਦਿੱਤਾ ਸਾਰਿਆਂ ਨੂੰ। ਅਤੇ ਇੱਦਾਂ ਕਰਕੇ ਨਾ ਨਾਰਥਰਨ ਇੰਡੀਆ 'ਚ ਪਾਵਰ ਮੀਟ 'ਚ ਵੀ ਆਈ ਗੌਟ ਦੀ ਫਸਟ ਪ੍ਰਾਈਜ਼। ਜਿੱਦਾਂ ਤੁਸੀਂ ਦੱਸਿਆ ਕਿ ਵੇਟ ਲਿਫਟਿੰਗ ਦਾ ਜਿਹੜਾ ਤੁਹਾਡਾ ਦੌਰ ਸ਼ੁਰੂ ਹੋਇਆ ਜਦੋਂ ਤੁਸੀਂ ਐਕਸਰਸਾਈਜ਼ ਲਗਾ ਰਹੇ ਸੀ ਉੱਥੋਂ ਹੋਇਆ, ਤਾਂ ਬੋਡੀ ਬਿਲਡਿੰਗ ਵਗੈਰਾ ਇਸ ਲਾਈਨ ਦੇ ਵਿੱਚ ਜਦੋਂ ਤੁਸੀਂ ਆਏ ਹੋ ਉਹ ਕਿੱਦਾਂ ਆਉਣ ਹੋਇਆ ਇਸ ਲਾਈਨ ਦੇ? ਬੋਡੀ ਬਿਲਡਿੰਗ ਦਾ ਸੀ ਕਿ ਬੋਡੀ ਮੇਰੀ ਵੈਸੇ ਪਹਿਲਾਂ ਰੈਸਲਿੰਗ ਕਰਦਾ ਰਿਹਾ, ਬੋਡੀ ਮੇਰੀ ਫਿਰ ਠੀਕ ਸੀ, ਮਗਰ ਫਿਰ ਜਦੋਂ ਮੈਂ ਇੰਸਟਰੂਮੈਂਟ ਦੇ ਨਾਲ
ਬਾਰ ਦੇ ਨਾਲ ਹੋਰ ਐਕਸਰਸਾਈਜ਼ ਮੈਂ ਕੀਤੀਆਂ, ਉਹਨਾਂ ਬੋਡੀ ਅੱਛੀ ਬਣ ਗਈ। ਅਤੇ ਜਿਹੜਾ ਮੈਨੂੰ ਦੇਖਦਾ ਸੀ ਉਹ ਹੈਰਾਨ ਹੋ ਜਾਂਦਾ ਸੀ, ਯਾਰ ਤੇਰੀ ਬੋਡੀ ਕਿੱਡੀ ਵਧੀਆ, ਅਗਰ ਤੇਰੀ ਹਾਈਟ ਹੋਰ ਹੁੰਦੀ ਤਾਂ ਤੂੰ ਕਮਾਲ ਹੀ ਹੋ ਜਾਣਾ। ਅਤੇ ਮੈਂ ਕਿਹਾ ਭਾਈ ਦਿਸ ਇਜ਼ ਨੋਟ ਇਨ ਮਾਈ ਫੇਵਰ। ਅਤੇ ਇੱਦਾਂ ਕਰਕੇ ਨਾ ਮੈਨੂੰ ਜਿੱਥੇ ਵੀ ਲੋਕਾਂ ਨੇ ਮਿਲਣਾ ਉੱਥੇ ਕਹਿੰਦਾ ਜੀ ਮੈਨੂੰ ਡੋਲਰ ਦਿਖਾਓ ਜੀ। ਅੱਛਾ ਜੀ। ਇੱਦਾਂ ਹੀ ਬਸ ਚੇਅਰਮੈਨ ਨੇ ਦੇਖਿਆ, ਉਹਨੇ ਮੈਨੂੰ ਇੰਨੀ ਫੈਸਿਲਿਟੀ ਦੇ ਦਿੱਤੀ ਕਿ ਤੁਹਾਡੀ ਟ੍ਰਾਂਸਫਰ ਕੋਈ ਨਹੀਂ ਕਰ ਸਕਦਾ, ਜਿੱਥੇ ਜਿਹੜੀ ਬ੍ਰਾਂਚ ਲੁਧਿਆਣੇ 'ਚ ਹੀ ਰਹੋਗੇ ਅਪ ਟੂ ਯੋਰ ਰਿਟਾਇਰਮੈਂਟ। ਔਰ ਇੱਦਾਂ ਹੀ ਹੋਇਆ ਕਿ ਵੀ ਮੈਨੂੰ ਬਹੁਤ, ਅਗਰ ਮੈਂ ਗਲਤੀ ਵੀ ਕਰਨਾ ਸੀ ਤਾਂ ਉਹ ਯਾਨੀ ਕਿ ਇਸ ਚੀਜ਼ ਨੂੰ ਮਾਈਂਡ ਨਹੀਂ ਕਰਦੇ ਸੀ ਵੀ ਠੀਕ ਹੈ ਵੀ ਭਲਵਾਨ ਟਾਈਪ ਹੋ ਗਿਆ, ਕੋਈ ਗੱਲ ਨਹੀਂ, ਇਹਨੂੰ ਕੋਈ ਐਕਸ਼ਨ ਨਹੀਂ ਲੈਣਾ। ਅੱਛਾ ਜੀ। ਸੋ ਮੈਂ ਕਈ ਤਰ੍ਹਾਂ ਦੇ ਟਰੱਕ ਦਿੱਤੇ, ਟਰਾਲੇ ਦਿੱਤੇ, ਪੈਟਰੋਲ ਦੇ ਉਹ ਦਿੱਤੇ, ਟਰੱਕ ਦਿੱਤੇ, ਯਾਨੀ ਕਿ ਵੀ ਮੈਂ ਲੋਕਾਂ ਨੂੰ ਲੋਨ ਇੰਨੇ ਦਿੱਤੇ ਕਿ ਵੀ ਹੱਦ ਹੀ ਸੀ। ਮੇਰਾ ਪੈਸਾ ਕਿਸੇ ਮਾਰਿਆ ਨਹੀਂ। ਜੀ। ਔਰ ਗੌਰਮੈਂਟ ਸਕੀਮ ਦੇ ਅੰਡਰ ਮੈਂ ਯਾਨੀ ਕਿ ਯਾਲੀ ਗਿਆ ਸੀ। ਮੈਂ ਯਾਨੀ ਕਿ ਗਰੀਬਾਂ ਨੂੰ ਇੰਨੇ ਲੋਨ ਦਿੱਤੇ ਕਿ ਵੀ ਇੰਨੇ ਲੋਨ ਦਿੱਤੇ, ਅਤੇ ਉਹਦੇ ਵਿੱਚ ਇਹ ਮੈਨੂੰ ਸਾਰੇ ਏਰੀਆ 'ਚੋਂ ਫਸਟ ਪ੍ਰਾਈਜ਼ ਮਿਲਿਆ। ਔਰ ਉਸ ਵੇਲੇ DC ਸਾਹਨੀ ਹੈਗਾ ਸੀ, ਜਿਹੜੀ ਤੁਹਾਨੂੰ ਫੋਟੋ ਦਿਖਾਈ ਹੈ, ਅਤੇ ਉਹਨੇ ਮੈਨੂੰ ਫਿਰ ਇਨਾਮ ਦਿੱਤਾ ਸੀ। ਜੀ। ਤਾਂ ਬਿਲਕੁਲ ਜੀ। ਤਾਂ ਇੱਕ ਹੋਰ ਇੱਥੇ ਮੇਰਾ ਕੁਐਸਚਨ ਹੋਏਗਾ, ਜਿਵੇਂ ਤੁਸੀਂ ਦੱਸ ਰਹੇ ਕਿ ਤੁਸੀਂ ਪਾਕਿਸਤਾਨ ਤੋਂ ਇੱਧਰ ਆਏ ਸੀ ਪੰਜਾਬ ਆਪਣੇ, ਤਾਂ ਫਾਦਰ ਸਾਹਿਬ ਬਾਰੇ ਤੁਸੀਂ ਆਪਣੇ ਗੱਲ ਕਰ ਰਹੇ ਸੀ ਕਿ ਉਹ ਵੀ ਇਸ ਲਾਈਨ ਦੇ ਵਿੱਚ ਰਹੇ ਨੇ, ਤਾਂ ਉਹ ਵੀ ਜ਼ਰੂਰ ਮੈਨੂੰ ਦੱਸੋ ਕਿ ਕਿੱਦਾਂ ਨਾ ਉਹਨਾਂ ਨੇ ਫਿਰ ਇਹ ਸਾਰਾ ਕੁਝ ਛੱਡਤਾ ਸੀ, ਲਾਹੌਰ ਹੀ ਛੱਡਤਾ ਸੀ। ਅਤੇ ਫਿਰ ਉਹਨਾਂ ਨੇ ਆਪਣਾ ਬਸ ਉੱਥੇ ਸਾਡੀ ਦੁਕਾਨ ਸੀ ਬਜਾਜੇ ਦੀ। ਪਾਰਟੀਸ਼ਨ ਤੋਂ ਬਾਅਦ ਫਿਰ ਅਸੀਂ ਇੱਧਰ ਆ ਗਏ, ਅਤੇ ਆਪਣਾ ਫਿਰ ਇਹਨਾਂ ਨੇ ਛੋਟੇ ਛੋਟੇ ਕੰਮ ਕੀਤੇ। ਫਿਰ ਚੌੜੇ ਬਾਅਦ ਦੁਕਾਨ ਮਿਲੀ, ਫਿਰ ਉਹ ਵੀ ਛੱਡੀ, ਫਿਰ ਦਿੱਲੀ ਜਾ ਕੇ ਕੰਮ ਕੀਤਾ, ਉੱਥੋਂ ਛੱਡਿਆ, ਫਿਰ ਲੁਧਿਆਣੇ ਆ ਕੇ ਆਪਣਾ ਦੁਕਾਨ ਕੀਤੀ, ਅਤੇ ਸਾਨੂੰ ਯਾਨੀ ਕਿ ਸਪੋਰਟ ਕਰਦੇ ਸੀ ਸਾਰਾ ਕੁਝ। ਸ਼ੁਰੂਆਤ ਜਾਣੀ ਕਿ ਤੁਹਾਡੀ, ਜੇ ਮੈਂ ਕਹਾਂ ਕਿ ਇਸ ਲਾਈਨ ਦੇ ਵਿੱਚ ਆਉਣਾ ਜਿਹੜਾ ਤੁਹਾਡਾ ਹੋਇਆ, ਉਹ ਫਾਦਰ ਸਾਹਿਬ ਨੂੰ ਦੇਖ ਦੇਖ ਕੇ ਆਉਣਾ ਹੋਇਆ। ਹਾਂ, ਫਾਦਰ ਸਾਹਿਬ ਦੇ, ਮਗਰ ਸਾਡੇ ਫਾਦਰ ਐਡੇ ਸਟਰੋਂਗ ਹੋ ਗਏ ਸੀ, ਅਸੀਂ ਤਾਂ ਸਾਹਮਣੇ ਜ਼ੀਰੋ ਵੀ ਨਹੀਂ ਗਏ। ਬਹੁਤ ਤਾਕਤਵਰ ਸੀ ਉਹ। ਉਹਨਾਂ ਦਾ ਯਾਨੀ ਕਿ ਵੀ ਪਾਕਿਸਤਾਨ 'ਚ ਨਾਂ ਸੀ ਕਾਫੀ, ਅਤੇ ਉਹਨਾਂ ਨੇ ਬਹੁਤ ਬਹੁਤ ਵੱਡੀਆਂ ਕੁਸ਼ਤੀਆਂ ਘੁੱਲੀਆਂ ਔਰ ਕਾਫੀ ਇਨਾਮ ਨੂਮ ਲਿੱਤੇ। ਇੱਦਾਂ ਕਰਕੇ ਫਿਰ ਇੱਥੇ ਆ ਕੇ ਉਹਨਾਂ ਨੇ ਆਪਣਾ ਥੋੜ੍ਹਾ ਬਿਜ਼ਨਸ ਕੀਤਾ, ਸਾਡੀ ਪਰਵਰਿਸ਼ ਕੀਤੀ। ਫਿਰ ਸਕੂਲ 'ਚੋਂ ਪਾਸ ਕਰਕੇ ਫਿਰ ਅਸੀਂ ਗੌਰਮੈਂਟ ਕਾਲਜ ਗਏ। ਗੌਰਮੈਂਟ ਕਾਲਜ 'ਚ ਯਾਨੀ ਕਿ ਡੈਟ ਵਾਜ਼ ਦੀ ਬੈਸਟ ਇੰਸਟੀਟਿਊਸ਼ਨ ਇਨ ਪੰਜਾਬ ਐਟ ਦੈਟ ਟਾਈਮ। ਆਈ ਐਮ ਟਾਕਿੰਗ ਅਬਾਊਟ 1952। ਤਾਂ ਮੈਂ ਫਿਰ ਇੰਟਰਵਿਊ ਵਾਸਤੇ ਗਿਆ, ਮੇਰੇ ਨੰਬਰ ਥੋੜ੍ਹੇ ਸੀ, ਉਹਨਾਂ ਨੇ ਰਿਜੈਕਟ ਕਰਤਾ। ਫਿਰ ਉੱਥੇ ਮਿਸਟਰ ਠਾਕਰ ਸਿੰਘ ਹੋ ਗਿਆ ਸੀ ਆਪਣਾ ਹੈਲਥ ਦੇ, ਉਹਨਾਂ ਨੂੰ ਮਿਲਿਆ। ਮੈਂ ਕਿਹਾ ਇੱਦਾਂ ਕਰਕੇ ਮੈਂ ਰਿਆਸਤ ਰਹਾਂ ਅਤੇ ਮੈਨੂੰ ਤੁਸੀਂ ਬੀਇੰਗ ਏ ਸਪੋਰਟਸਮੈਨ ਤੁਸੀਂ ਉਹ ਫਿਰ ਪ੍ਰਿੰਸੀਪਲ ਨੂੰ ਲੈ ਕੇ ਗਏ। ਉਹਨੇ ਕਹੀ ਰਿਆਸਤ, ਉਹ ਕਹਿੰਦਾ ਜੀ ਰਿਆਸਤ ਕਿਹੜਾ ਟੌਪ ਦਾ, ਮਿਡਲ ਦਾ, ਲੋ ਦਾ, ਕਿਸ ਟਾਈਪ? ਮੈਂ ਕਿਹਾ ਜੀ ਆਈ ਥਿੰਕ ਆਈ know one thing, nobody can in your college can defeat me in strength any way he likes। ਉਹ ਫਿਰ ਨੋਟਿਸ ਬੋਰਡ ਵੀ ਲਾਤਾ ਸੀ, ਟਰਾਈ ਯੂਅਰ ਸਟਰੈਂਥ ਵਿਦ ਮੀਰ ਚੰਦ। ਅਤੇ ਫਿਰ ਯਾਨੀ ਕਿ 2 ਕੁ ਜੱਟ ਆਏ, ਉਹਨਾਂ ਨੇ ਮੈਂ ਹਰਾਤਾ ਸੀ। ਮੈਨੂੰ ਐਡਮਿਸ਼ਨ ਮਿਲ ਗਈ, ਮੇਰੀ ਫੀਸ ਵੀ ਮਾਫ ਕਰਤੀ, ਸਾਰੀ ਫੈਸਿਲਿਟੀਆਂ ਵੀ ਦੇ ਦਿੱਤੀਆਂ। ਇਹ ਚੀਜ਼ਾਂ ਕਰਕੇ ਗੌਰਮੈਂਟ ਕਾਲਜ 'ਚ ਮੈਂ ਜਿਹੜੇ 4 ਸਾਲ ਕੱਟੇ ਨੇ, ਸਾਰੇ ਪ੍ਰਿੰਸੀਪਲ ਦੇ ਵਰ ਵੈਰੀ ਕਲੋਜ਼ ਟੂ ਮੀ, ਪ੍ਰੋਫੈਸਰ ਔਰ ਸਾਰੇ ਕਾਲਜ ਵਾਲੇ ਜਾਣਦੇ, ਕਿਉਂਕਿ ਕਾਲਜ 'ਚ ਬੋਡੀ ਬਿਲਡਿੰਗ ਦੇ ਫੰਕਸ਼ਨ ਹੁੰਦੇ ਸੀ ਨਾ, ਤੋ ਆਈ ਵਾਜ਼ ਆਲਸੋ ਮਿਸਟਰ ਗੌਰਮੈਂਟ ਕਾਲਜ। ਹਾਂਜੀ, ਅਤੇ ਇੱਦਾਂ ਕਰਕੇ ਨਾ ਵੀ ਬਹੁਤ ਅੱਛੀ ਤਰ੍ਹਾਂ ਮੈਂ ਰਿਹਾ। ਜਿੱਥੇ ਵੀ ਮੈਂ ਗਿਆ ਨਾ ਮੈਨੂੰ ਬਹੁਤ ਸਪੋਰਟ ਮਿਲੀ। ਰੇਲਵੇ 'ਚ ਗਿਆ, ਉਹਨਾਂ ਨੇ ਮੈਨੂੰ ਨੌਕਰੀ ਦੇ ਦਿੱਤੀ। ਫਿਰ ਮੈਂ ਆਪਣਾ ਇਲੈਕਟ੍ਰਿਕ ਬੋਰਡ ਗਿਆ, ਉਹਨਾਂ ਨੇ ਨੌਕਰੀ ਦੇ ਦਿੱਤੀ। ਫਿਰ ਮੈਂ ਯਾਨੀ ਕਿ ਇੱਧਰ ਆ ਗਿਆ, ਬੈਂਕ 'ਚ ਆ ਗਿਆ, ਅਤੇ ਬੈਂਕ 'ਚ ਵੀ ਮੈਨੂੰ ਬਹੁਤ ਵਧੀਆ ਚੀਜ਼ ਰਹੀਆਂ। ਮੇਰੀ ਮੈਗਜ਼ੀਨਾਂ ਜੇ ਛਪਦੀਆਂ ਸੀ, ਉਹ 'ਚ ਫੋਟੋ ਆਉਂਦੀਆਂ ਸੀ। ਯਾਨੀ ਕਿ ਇੱਦਾਂ ਕਰਕੇ ਨਾ ਵੀ ਗੋਇੰਗ ਔਨ ਵੈਲ ਆਲ ਦੀ ਟਾਈਮ। ਬਈ ਮੈਨੂੰ ਕਦੀ ਕੋਈ ਟੈਨਸ਼ਨ ਹੋਈ ਸੀ। ਮੇਰੀ ਇੰਟਰਵਿਊ ਹੋਈ, ਮੈਂ ਕਹਿ ਤਾ ਜੀ, ਮੇਰੀ ਆਵਾਜ਼ ਪਈ ਅੰਦਰ ਕਿ ਵੀ AC ਟੰਡਨ। ਮੈਂ ਗਿਆ ਅੰਦਰ, ਕਹਿੰਦਾ ਆਰ ਯੂ AC ਟੰਡਨ? ਮੈਂ ਕਿਹਾ ਯੈਸ। ਮੈਂ ਸਰ ਹੈਵ ਯੂ ਗੋਟ ਐਨੀ ਡਾਊਟ ਅਬਾਊਟ ਇਟ? कहते नहीं वे वर थिंकिंग फ्रॉम द रिकॉर्ड यू मस्ट बी टॉल एंड ब्रॉड बट एक्चुअली वी डोंट फाइंड सो। मैं क्या जी, फिर मैं ना अपना डोला दिखाया तो वो बहुत खुश हो गए। तो कहते जी कमाल है तुसी।
ਫਿਰ ਮੈਂ ਕਿਹਾ ਜੀ ਮੈਂ ਕਿਹਾ ਜੀ ਤੂੰ ਯੂ ਬਲੀਵ ਇਨ ਕੁਆਂਟੀਟੀ ਆਈ ਬਲੀਵ ਇਨ ਕੁਆਲਿਟੀ। ਬਿਲਕੁਲ ਤੋ ਫਿਰ ਉਹ ਬਹੁਤ ਖੁਸ਼ ਹੋਏ। ਫਿਰ ਮੈਂ ਉਹਨੂੰ ਸਾਫ਼ ਕਰਤਾ ਕਿ ਮੈਨੂੰ ਕੁਛ ਆਉਂਦਾ ਨਹੀਂ, ਜੀ ਪਲੀਜ਼ ਡੋਂਟ ਆਸਕ ਮੀ ਸਮ ਡਿਫਰੈਂਟ ਕੁਐਸਚਨ ਦੈਟ ਆਈ ਹੈਵ ਟੂ ਸੇ ਸੌਰੀ ਟਾਈਮ ਐਂਡ ਅਗੇਨ। ਉਹਨਾਂ ਵਿਚਾਰਿਆਂ ਨੇ ਫਿਰ ਮੈਨੂੰ ਨਾ ਉੱਦਾਂ ਹੀ ਪਾਸ ਕਰਤਾ। ਤਾਂ ਸਰ ਇੱਕ ਇੱਥੇ ਮੇਰਾ ਹੁਣ ਕੁਐਸਚਨ ਹੋਏਗਾ ਬੋਡੀ ਨੂੰ ਲੈ ਕੇ, ਕਿ ਜਿਵੇਂ ਤੁਸੀਂ ਇੰਨੀ ਏਜ ਦੇ ਵਿੱਚ ਵੀ ਫਿੱਟ ਹੋ ਤਾਂ ਉਹਦੇ ਲਈ ਡਾਈਟ ਵਗੈਰਾ ਦਾ ਵੀ ਧਿਆਨ ਰੱਖਣਾ ਪੈਂਦਾ ਔਰ ਐਕਸਰਸਾਈਜ਼ ਦਾ ਵੀ, ਉਹ ਜ਼ਰੂਰ ਇੱਕ ਵਾਰ ਦੱਸੋ। ਇੱਕ ਤਾਂ ਮੈਂ ਦੱਸਾਂ ਜੀ ਟੂ ਬੀ ਵੈਰੀ ਫਰੈਂਕਲੀ ਕਿ ਵੀ ਮੈਂ ਯਾਨੀ ਕਿ 2 ਰੋਟੀਆਂ ਖਾਂਦਾ ਸੀ ਅਤੇ ਕਿਲੋ ਦੁੱਧ ਪੀਂਦਾ ਸੀ। ਜੀ ਜਿੰਨੇ ਕੰਪੀਟੀਸ਼ਨ ਮੈਂ ਇਹਦੇ ਨਾਲ ਹੀ ਲੜੇ ਨੇ, ਨਾ ਕੋਈ ਐਗ, ਨਾ ਕੋਈ ਮੀਟ, ਨਾ ਕੋਈ ਜੂਸ, ਨਾ ਕੋਈ ਫਰੂਟ, ਮੈਂ ਇਹਦੇ ਨਾਲ ਹੀ ਲੜੇ ਨੇ। ਅਤੇ ਮੈਂ ਆਪਣਾ ਹਮੇਸ਼ਾ ਹੀ ਬਹੁਤ ਆਪਣੇ ਆਪ ਨੂੰ ਠੀਕ ਸਮਝਣਾ ਸੀ ਵੀ ਪਤਾ ਨਹੀਂ ਮੇਰੇ 'ਤੇ ਕਿੰਨੀ ਤਾਕਤ ਕਿੱਥੋਂ ਆ ਗਈ ਸੀ। ਆਈ ਡੂ ਨਾਟ ਨੋ। ਮੈਂ ਕੋਈ ਮੀਟ ਅੰਡਾ ਕੋਈ ਇੱਦਾਂ ਘਿਓ ਬਿਲਕੁਲ ਨਹੀਂ ਖਾਧਾ, ਨਾ ਘਿਓ ਨਾ ਨੌਨ ਵੈਜ ਵਗੈਰਾ ਵੀ ਬਿਲਕੁਲ ਨਹੀਂ ਖਾਂਦੇ ਸੀ? ਨਾ ਜੀ ਨਾ। ਉਹ ਵੈਸੇ ਕਿਸੇ ਪਾਰਟੀ 'ਤੇ ਗਏ ਖਾਲਤਾ ਅਦਰਵਾਈਜ਼ ਡੈਟ ਵਾਜ਼ ਨਾਟ ਦੀ ਪਾਰਟ ਆਫ ਮਾਈ ਡਾਈਟ ਰੂਟੀਨ ਡਾਈਟ ਨੇ। ਅੱਜ ਵੀ ਉਹੀ ਹੈ। ਐਵੇਂ ਮਹੀਨਾ ਕੁ ਹੋਇਆ ਬੱਚਿਆਂ ਨੇ ਕਹਿੰਦੇ 2 ਅੰਡੇ ਖਾ ਲਿਆ ਕਰੋ। ਜੀ ਹੁਣ ਮੈਂ ਅੰਡੇ ਸ਼ੁਰੂ ਕੀਤੇ ਨੇ 2 ਖਾਣੇ। ਅੱਛਾ ਜੀ। ਬਸ ਕਿ ਇਸ ਤੋਂ ਪਹਿਲਾਂ ਸਿਰਫ ਦੇਸੀ ਜਿਹੜੀ ਡਾਈਟ ਆ ਉਹਦੇ ਤੇ ਹੀ ਦੇਸੀ ਤੁਸੀਂ? ਡਾਈਟ ਕੀ ਰੋਟੀ ਔਰ ਹੈਗਾ ਸੀ। ਫਿਰ ਇੱਥੇ ਆ ਕੇ ਫਿਰ ਹੁਣ ਫਿਰ ਬਦਾਮ ਅਤੇ ਅਖਰੋਟ ਇਹ ਭਿਉਂ ਕੇ ਉਹਨੂੰ ਮਿਕਸੀ 'ਚ ਪਾ ਕੇ ਉਹ ਸਵੇਰੇ ਮੈਨੂੰ ਬੱਚੇ ਦੇ ਦਿੰਦੇ ਨੇ। ਉਹ ਆਪਾਂ ਖਾ ਲਈਦਾ। ਜੋ ਫਰੂਟ ਲਿਆਉਣ ਉਹ ਦੇ ਦਿੰਦੇ ਨੇ, ਖਾ ਲਈਦਾ। ਜਿਸ ਤਰ੍ਹਾਂ ਹੁਣ ਬਰਫੀ ਆਈ ਸੀ ਖਾ ਲਓ। ਸੋ ਇੱਦਾਂ ਕਰਕੇ ਨਾ ਆਈ ਵਾਜ਼ ਨੋ ਵੈਰੀ ਪਰਟੀਕੂਲਰ। ਔਰ ਮੈਂ ਨਾ ਰੋਜ਼ ਗਾਰਡਨ 'ਚ 68 ਸਾਲ ਦੀ ਜਾਂ 70 ਸਾਲ ਦੀ ਉਮਰ 'ਚ ਨਾ 100 ਮੀਟਰ ਰੇਸ ਲਾਉਂਦਾ ਸੀ। ਅੱਛਾ ਜੀ। ਉਹ ਘਾਹ ਦੇ ਵਿੱਚ ਟੋਇਆ ਸੀ, ਮੇਰਾ ਪੈਰ ਫਸ ਗਿਆ, ਮੈਂ ਡਿੱਗ ਪਿਆ। ਉਹਨਾਂ ਮੇਰੇ ਬੋਥੇ ਦੋਨੇ ਨੀਜ਼ ਖਰਾਬ ਹੋ ਗਏ, ਹੌਸਪੀਟਲ ਦਹਾਨ ਗਏ। ਉਹ ਕਹਿੰਦੇ ਓਲਡ ਏਜ ਹੈਗੀ ਹੈ। ਮੈਂ ਕਿਹਾ ਸਰ ਆਈ ਵਾਜ਼ ਰਨਿੰਗ 100 ਮੀਟਰ ਰੇਸ ਜਸਟ ਬਿਫੋਰ 2 ਆਵਰਸ ਔਰ ਤੁਸੀਂ ਕਹਿੰਦੇ ਵੀ ਕਹਤੇ ਅਤੇ ਇੱਦਾਂ ਹੀ ਹੈ ਜੀ। ਉਹ ਫਿਰ ਮੈਂ ਹਾਲੀ ਤੱਕ ਆਈ ਐਮ ਗੋਇੰਗ ਔਨ ਵਿਦ ਦੈਟ ਪੇਨ, ਲੈਣਾ ਦੇਣਾ ਜੋ ਵੀ ਹੈ, ਆਈ ਐਮ ਫੀਲਿੰਗ ਓਕੇ। ਅਗਰ ਮੈਂ ਜਿਮ ਜਾਂਦਾ ਮੇਰੀ ਬੋਡੀ ਇਸ ਕੋਲੋਂ ਵੀ ਡਬਲ ਹੋਣੀ ਸੀ ਵਧੀਆ। ਮੈਂ ਜਿਮ ਗਿਆ ਹੀ ਨਹੀਂ, ਮੈਂ ਬਸ ਘਰ ਹੀ ਐਂ ਕਰਕੇ ਐਂ ਕਰ ਲਿੱਤਾ, ਇੱਥੋਂ ਐਂ ਕਰ ਲਿੱਤਾ, ਇੱਥੋਂ ਐਂ ਕਰ ਲਿੱਤਾ। ਦੇਖੋ ਜੀ ਇਹ ਚੀਜ਼ਾਂ ਹੈਗੀਆਂ ਕਿ ਯੂ ਜਸਟ ਮੂਵ ਯੋਰ ਆਰਮਸ। ਔਰ ਦੇਖੋ ਛਾਤੀ ਹੱਥ ਲੱਗ ਦੇਖੋ ਮੇਰੀ ਬਿਲਕੁਲ ਜੀ। ਤਾਂ ਮੈਂ ਮਹਿਸੂਸ ਕਰ ਰਿਹਾ ਕੋਲ ਬੈਠਾ ਹਾਂ ਪੱਥਰ ਜਿਸ ਤਰੀਕੇ ਨਾਲ ਆਪਾਂ ਕਿਸੇ ਵੀ ਬੋਡੀ ਬਿਲਡਰ ਦੀ ਬੋਡੀ ਦੇਖਦੇ ਹਾਂ ਜਾਂ ਜਿਮ ਵਗੈਰਾ ਵਿੱਚ ਤੁਸੀਂ ਜਾਂਦੇ ਹੋਵੋਗੇ, ਕਾਫੀ ਮੁੰਡੇ ਜਿਹੜੇ ਫਿੱਟ ਨੇ, ਤਾਂ ਬਿਲਕੁਲ ਉਸੇ ਤਰੀਕੇ ਨਾਲ ਸਕਰੀਨ ਦੇ ਉੱਤੇ ਦੇਖ ਕੇ ਬੇਸ਼ੱਕ ਤੁਹਾਨੂੰ ਥੋੜ੍ਹਾ ਜਿਹਾ ਜਿਹੜਾ ਢਿੱਲਾਪਨ ਨਜ਼ਰ ਆ ਰਿਹਾ ਹੋਵੇ, ਪਰ ਮੈਂ ਬਿਲਕੁਲ ਨਜ਼ਦੀਕ ਬੈਠਾ ਤਾਂ ਮੈਨੂੰ ਅਹਿਸਾਸ ਹੋ ਰਿਹਾ ਇਹਨਾਂ ਦੀ ਬੋਡੀ ਨੂੰ। ਜਦੋਂ ਮੈਂ ਟੱਚ ਕਰਕੇ ਦੇਖ ਰਿਹਾ ਨਾ ਤਾਂ ਪਤਾ ਲੱਗ ਰਿਹਾ ਕਿ ਪੱਥਰ ਹੀ ਹੈ ਇੱਕ ਤਰੀਕੇ ਨਾਲ। ਇੱਥੇ ਹੱਥ ਲੱਗ ਦੇਖੋ ਤੁਸੀਂ, ਇੱਥੇ ਹੱਥ ਲੱਗ ਲਾਓ, ਦੱਸੋ ਬਈ ਲੋਹਾ ਜਿਸਾ ਪਿਆ ਹੁੰਦਾ। ਤਾਂ ਸਰ ਮੈਂ ਇਹੀ ਇੱਕ ਤੇ ਮੇਰਾ ਕੁਐਸਚਨ ਹੋਏਗਾ, ਜਿਵੇਂ ਹੁਣ ਤੁਸੀਂ ਦੱਸ ਰਹੇ ਹੋ ਕਿ ਜਿਮ ਵਗੈਰਾ ਨਹੀਂ, ਹੁਣ ਤੁਸੀਂ ਘਰ ਦੇ ਵਿੱਚ ਹੀ ਐਕਸਰਸਾਈਜ਼ ਕਰਦੇ ਹੋ, ਤਾਂ ਅੱਜ ਕੱਲ੍ਹ ਜਿਵੇਂ ਜਿਮ ਵਗੈਰਾ ਲਾਉਂਦੇ ਆ ਕਾਫੀ ਮੁੰਡੇ, ਮੈਂ ਵੀ ਪਰਸਨਲ ਤੌਰ ਤੇ ਕਾਫੀ ਜਾਣਦਾ, ਤਾਂ ਉਹ ਸ਼ਾਰਟਕਟ ਬਹੁਤ ਅਪਣਾਉਂਦੇ ਆ ਜੀ। ਸ਼ਾਰਟਕਟ ਤਰੀਕੇ ਨਾ ਕਿ ਹਾਂ ਜਲਦੀ ਅਸੀਂ ਫਿੱਟ ਹੋ ਜੀ। ਮੈਂ ਹਮੇਸ਼ਾ ਉਹਨਾਂ ਨੂੰ ਕਹਿਣਾ ਕਿ ਵੀ ਮੇਰੇ ਕੋਲ ਆਉਂਦੇ ਨੇ ਹੁੰਦੇ ਨੇ ਘਰ, ਮੈਂ ਉਹਨੂੰ ਕਹਿੰਦਾ ਵੀ ਡੱਬੇ ਨਾ ਖਾਓ, ਤੁਸੀਂ ਨੈਚੁਰਲ ਜਿਹੜੀ ਫੂਡ ਹੈਗਾ, ਛੋਲੇ, ਸੋਇਆਬੀਨ, ਆਪਣਾ ਬਦਾਮ, ਅਖਰੋਟ, ਹੋਰ ਚੀਜ਼ਾਂ ਐਸੀਆਂ ਹੈਗੀਆਂ, ਯੂ ਯੂਜ਼ ਦੋਸ ਥਿੰਗਸ ਲੀਵ ਡੈਟ। ਅਗਰ ਤੁਸੀਂ ਡੱਬੇ 'ਤੇ ਰਹੋਗੇ ਨਾ ਔਰ ਤਾਂ ਜਦੋਂ ਡੱਬਾ ਛੋੜੋਗੇ ਯੂ ਵਿਲ ਬੀ ਇਨ ਦੀ ਹੌਸਪੀਟਲ। ਯਾਨੀ ਕਿ ਬਹੁਤ ਸਾਰੇ ਲੋਕ DMC ਦੇ ਵਿੱਚ ਦਾਖਲ ਹੋ ਗਏ, ਜਿਨ੍ਹਾਂ ਦੇ ਕਈ ਬੰਦੇ ਐਸੇ ਮਰ ਗਏ ਵਿਚਾਰੇ ਕਿ ਵੀ ਜਿਹਨਾਂ ਨੇ ਬਹੁਤ ਸਾਰੀਆਂ ਟੀਕੇ ਲਾਏ ਤੋ ਲਾਏ। ਇੱਦਾਂ ਕਰਕੇ ਨਾ ਡੈਟਸ ਵਾਰ ਨੋਟ। ਮੈਂ ਫੋਰਨ ਕੰਟਰੀ 'ਚ ਪਤਾ ਨਹੀਂ ਕੀ ਕਰਦੇ ਨੇ, ਆਈ ਡੂ ਨਾਟ ਨੋ। ਅਤੇ ਇੱਥੇ ਤਾਂ ਡੱਬਿਆਂ ਦੇ ਬਹੁਤ ਹੋ ਗਿਆ ਕਿ ਜਿਹੜੇ ਮਰੀਜ਼ ਜਿਮ 'ਚ ਜਾਓ ਕਹੇ ਵੀ ਡੱਬਾ ਖਾਓ। ਮੈਂ ਕਹਿੰਦਾ ਡੱਬਾ ਨਾ ਖਾਓ ਬਸ। ਸਾਡੇ ਜ਼ਮਾਨੇ 'ਚ ਡੱਬਾ ਹੁੰਦਾ ਹੀ ਨਹੀਂ ਸੀ, ਨਾ ਹੁਣ ਅਸੀਂ ਕਦੀ ਖਾਧਾ ਨਾ ਕਦੀ ਸੋਚਿਆ, ਨਾਲੇ ਮੈਨੂੰ ਕੋਈ ਜ਼ਰੂਰਤ ਵੀ ਨਹੀਂ, ਬਿਕੋਜ਼ ਆਈ ਐਮ ਨੋਟ ਟੂ ਕੰਪੀਟ ਇਨ ਐਨੀ ਕੰਪੀਟੀਸ਼ਨ। ਅਤੇ ਇਹ ਤਾਂ ਫਿਟਨੈਸ ਵਾਸਤੇ ਆਪਾਂ ਆਪਣੇ ਨੂੰ ਕਰਨਾ। ਉਹ ਤੁਸੀਂ ਦੇਖਿਆ ਹੱਥ ਲਾ ਕੇ ਵੀ ਐਂ ਸਟਰੋਂਗ ਹੋ, ਇਹ ਨਹੀਂ ਹੈ ਕਿ ਵੀ ਇੱਥੋਂ ਦੇਖਿਆ ਤੁਸੀਂ, ਅਤੇ ਇੱਦਾਂ ਇਹ ਵੀ ਦੇਖਿਆ ਕਿੱਡੇ ਯਾਨੀ ਕਿ ਵੀ ਪੱਥਰ ਵਾਕਣ ਪਏ ਆ ਬੋਡੀ। ਬਿਲਕੁਲ, ਯਾਨੀ ਕਿ ਇੱਕ ਦੇਸੀ ਖੁਰਾਕ ਤੁਸੀਂ ਖਾਂਦੇ ਰਹੇ ਹੋ, ਘਰ ਦੀ ਖੁਰਾਕ ਖਾਂਦੇ ਰਹੇ ਹੋ ਔਰ ਐਕਸਰਸਾਈਜ਼ ਕਰਦੇ ਰਹੇ ਹੋ, ਕਹਿ ਸਕਦਾ। ਇੱਦਾਂ ਹੀ ਕਰ ਲਿੱਤਾ, ਉਹ ਕਰ ਲਿੱਤਾ, ਉਹ ਕਰ ਲਿੱਤਾ, ਯਾਨੀ ਕਿ ਫਰੀ ਹੈਂਡ ਐਕਸਰਸਾਈਜ਼।
ਤੇ ਇੱਦਾਂ ਕਰਕੇ ਮੈਂ ਆਈ ਹੈਵ ਬਈ ਅਚੀਵਡ ਸੋ ਮੈਨੀ ਥਿੰਗਸ। ਮੈਨੂੰ ਐਪਰੀਸੀਏਸ਼ਨ ਅਖਬਾਰਾਂ, ਜਦੋਂ ਮੈਂ ਜਵਾਨੀ 'ਚ ਫਸਟ ਆਉਣਾ ਸੀ ਉਦੋਂ ਕੋਈ ਪੁੱਛਦਾ ਨਹੀਂ ਸੀ, ਉਹ ਬੁਢਾਪੇ 'ਚ ਮੈਨੂੰ ਸਾਰੀ ਦੁਨੀਆ ਪੁੱਛਣ ਆ ਜਾਂਦੀ ਹੈ। ਇਹ ਵੀ ਸਾਰੇ ਅਖਬਾਰਾਂ 'ਚ ਮੇਰੀ ਫੋਟੋ ਆਈਆਂ, ਇੱਕ 'ਚ ਨਹੀਂ, ਜਿੰਨੇ ਵੀ ਅਖਬਾਰ ਹੈਗੇ ਨੇ ਸਭ ਤੋਂ ਫੋਟੋ ਆਈਆਂ। ਫਿਰ TV 'ਚ ਵੀ ਇੱਕ ਦਫਾ ਕੋਈ ਇੰਟਰਵਿਊ ਲੈਣਾ ਸੀ, ਉੱਥੇ ਆ ਗਈ। ਬਾਕੀ YouTube 'ਤੇ ਵੀ ਕਈਆਂ ਨੇ ਪਾਈ ਹੋਈ ਹੈ। ਇੱਦਾਂ ਕਰਕੇ ਨਾ ਵੀ ਆਈ ਗੌਰ ਸਮ ਐਪਰੀਸੀਏਸ਼ਨ, ਜਿੰਨਾ ਕਿ ਮੈਂ ਆਈ ਫੀਲ ਵੈਰੀ ਹੈਪੀ ਕਿ ਵੀ ਚਲੋ ਦੇਰ ਇਜ਼ ਸਮਥਿੰਗ ਟੂ ਐਪਰੀਸ਼ੀਏਟ ਮੀ, ਸਮ ਬੋਡੀਜ਼ ਆਰ ਕਮਿੰਗ। ਸੋ ਇਸ ਕਰਕੇ ਨਾ ਬਾਹਰ ਜਸਟ ਪਾਸਿੰਗ ਦੀ ਟਾਈਮ। ਬਿਲਕੁਲ। ਤਾਂ ਇੱਥੇ ਹੁਣ ਕੁਝ ਮੇਰੇ ਕੋਲ ਇੱਕ ਐਲਬਮ ਪਈ ਆ, ਮੈਂ ਤੁਹਾਨੂੰ ਉਹਦੇ ਵਿੱਚ ਤਸਵੀਰਾਂ ਵੀ ਦਿਖਾਵਾਂਗਾ ਸਰ ਦੀਆਂ। ਕਾਫੀ ਜਿਹੜੀਆਂ ਇਹਨਾਂ ਨੇ ਟਾਈਮ ਟੂ ਟਾਈਮ ਉਹਦੇ ਵਿੱਚ ਤਸਵੀਰਾਂ ਆਪਣੀਆਂ ਰੱਖੀਆਂ ਹੋਈਆਂ ਨੇ। ਤਾਂ ਉਹ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਦਿਖਾਵਾਂਗਾ ਕਿ ਕਿਸ ਤਰੀਕੇ ਨਾਲ ਸਰ ਦੇ ਵੱਲੋਂ ਜਦੋਂ ਸ਼ੁਰੂਆਤ ਹੋਈ ਸੀ, ਤਾਂ ਸ਼ੁਰੂਆਤ ਤੋਂ ਬਾਅਦ ਕਿਸ ਤਰੀਕੇ ਨਾਲ ਅੱਗੇ ਕੰਪੀਟੀਸ਼ਨ ਉਹਨਾਂ ਨੇ ਲੜੇ ਨੇ, ਔਰ ਕਿਹੜੇ ਜਿਹੜੇ ਕੰਪੀਟੀਸ਼ਨ ਦੇ ਵਿੱਚ ਉਹਨਾਂ ਨੂੰ ਪ੍ਰਾਈਜ਼ ਮਿਲੇ। ਤਾਂ ਇਹਨਾਂ ਨੇ ਇੱਕ ਐਲਬਮ ਬਣਾ ਕੇ ਰੱਖੀ ਹੋਈ ਹੈ, ਮੈਂ ਤੁਹਾਨੂੰ ਉਹ ਵੀ ਦਿਖਾ ਦਿੰਦਾ ਵਾਂ, ਜਿਸ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਸੋ ਇੱਕ ਐਲਬਮ ਇੱਥੇ ਪਈ ਹੈ ਜੀ, ਜਿਸ ਦੇ ਵਿੱਚ ਤਸਵੀਰਾਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਇਸ ਦੇ ਵਿੱਚ ਜਿਹੜੀਆਂ ਨਜ਼ਰ ਆ ਰਹੀਆਂ ਹੋਣਗੀਆਂ, ਹੁਣ ਕਾਫੀ ਜ਼ਿਆਦਾ ਜਿਹੜੇ ਸਰ ਦੇ ਵੱਲੋਂ ਕੰਪੀਟੀਸ਼ਨ ਲੜੇ ਗਏ ਨੇ, ਔਰ ਇਹਨਾਂ ਦੀਆਂ ਵੱਖ-ਵੱਖ ਸਮੇਂ ਦੀਆਂ ਤਸਵੀਰਾਂ ਨੇ, ਔਰ ਰਿਟਾਇਰਮੈਂਟ ਤੋਂ ਬਾਅਦ ਦੀਆਂ ਜ਼ਿਆਦਾਤਰ ਤਸਵੀਰਾਂ ਨੇ ਇਹਦੇ ਵਿੱਚ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ। ਤਾਂ ਤਸਵੀਰਾਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਅੱਜ ਕੱਲ੍ਹ ਬੋਡੀ ਬਿਲਡਰਸ ਦੇ ਵੱਲੋਂ ਤਸਵੀਰਾਂ ਖਿਚਵਾਈਆਂ ਜਾਂਦੀਆਂ ਨੇ ਵੱਖ-ਵੱਖ ਕੰਟਰੀਜ਼ ਦੇ ਵਿੱਚ, ਤਾਂ ਉਸੇ ਤਰੀਕੇ ਨਾਲ ਜਿਹੜੀਆਂ ਤਸਵੀਰਾਂ ਨਜ਼ਰ ਆ ਰਹੀਆਂ ਹੋਣਗੀਆਂ। ਹੋਰ ਵੀ ਤਸਵੀਰਾਂ ਮੈਂ ਤੁਹਾਨੂੰ ਇੱਥੇ ਦਿਖਾ ਦਿੰਦਾ ਵਾਂ, ਜਿਹੜੀਆਂ ਇਸ ਐਲਬਮ ਦੇ ਵਿੱਚ ਇਹਨਾਂ ਦੇ ਵੱਲੋਂ ਲਗਾਈਆਂ ਗਈਆਂ ਨੇ। ਜੀ ਬਿਲਕੁਲ। ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਅੰਦਾਜ਼ਾ ਲਗਾ ਸਕਦੇ ਹੋ, ਫਿਟਨੈਸ ਦਾ ਦੇਖ ਸਕਦੇ ਹੋ ਕਿ ਹਰ ਏਜ ਦੇ ਵਿੱਚ ਜਿਹੜੀ ਇਹਨਾਂ ਦੀ ਬੋਡੀ ਉਹ ਇਸੇ ਤਰੀਕੇ ਨਾਲ ਆ। ਸਕਰੀਨ ਦੇ ਉੱਤੇ ਤਸਵੀਰਾਂ ਨਜ਼ਰ ਆ ਰਹੀਆਂ ਹੋਣਗੀਆਂ, ਔਰ ਜਿਹੜੀਆਂ ਐਲਬਮ ਦੇ ਵਿੱਚ ਰਿਟਾਇਰਮੈਂਟ ਤੋਂ ਬਾਅਦ ਸਾਰੀਆਂ ਹੀ ਜੀ, ਕੋਈ ਪਹਿਲਾਂ ਦੀ ਕੋਈ ਫੋਟੋ ਨਹੀਂ ਹੈ। ਰਿਟਾਇਰਮੈਂਟ ਬਾਅਦ ਹੀ ਸਾਰੇ ਮੈਂ ਨਾ, ਕਿਉਂਕਿ ਉਹ ਜਿਹੜੀ ਫਾਈਲ ਥੀ ਨਾ ਜਵਾਨੀ ਵਾਲੀ, ਉਹ ਸਿਉਂਕ ਖਾ ਗਈ। ਅੱਛਾ ਜੀ। ਉਹ ਲੁਮਾਰੀ 'ਚ ਪਈ ਸੀ, ਉਹ ਸਿਉਂਕ ਲਾ ਗਈ, ਉਹ ਮਿੱਟੀ ਹੋ ਗਈ। ਉਹ ਇਹ ਸਾਰੀਆਂ ਨਾ ਯਾਨੀ ਕਿ ਰਿਟਾਇਰਮੈਂਟ ਤੋਂ ਬਾਅਦ ਗਿਆ, ਕਿਉਂ ਮੇਰੇ ਸਾਰੇ ਵਾਲ ਤੁਸੀਂ ਜਦੋਂ ਚਿੱਟੇ ਹੋਣਗੇ। ਬਿਲਕੁਲ ਜੀ। ਖਾਸ ਗੱਲ ਇਹ ਆ ਕਿ ਏਜ ਉਹਨਾਂ ਦੀ 87 ਹੈ ਸਰ ਦੀ, ਜਿਸ ਤਰੀਕੇ ਨਾਲ ਉਹਨਾਂ ਨੇ ਪਹਿਲਾਂ ਖੁਦ ਵੀ ਦੱਸ ਦਿੱਤੀ ਹੈ। ਜੀ 87 ਪਲੱਸ ਏਜ ਹੈ। ਤੇ ਰਿਟਾਇਰਮੈਂਟ ਤੋਂ ਬਾਅਦ ਦੀਆਂ ਸਾਰੀਆਂ ਤਸਵੀਰਾਂ ਨੇ, ਤਸਵੀਰਾਂ ਦੇ ਵਿੱਚ ਬਾਡੀ ਦੇਖ ਰਹੇ ਹੋ ਤੁਸੀਂ ਉਹਨਾਂ ਦੀ, ਔਰ ਇਸ ਟਾਈਮ ਦੇਖ ਰਹੇ ਹੋ। ਤਾਂ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਇਸ ਉਮਰ ਦੇ ਵਿੱਚ ਬਾਡੀ ਨੂੰ ਮੇਨਟੇਨ ਰੱਖਣਾ ਕਿਸੇ ਦੇ ਬਸ ਦੀ ਗੱਲ ਆ। ਤਾਂ ਇੱਕ ਇਹ ਵੀ ਕਹਿ ਸਕਦੇ ਹਾਂ ਕਿ ਪ੍ਰਮਾਤਮਾ ਦੀ ਵੀ ਇਹਨਾਂ 'ਤੇ ਮਿਹਰ ਹੈ, ਔਰ ਖੁਦ ਐਕਸਰਸਾਈਜ਼ ਕਰਦੇ ਨੇ ਜਿਹੜੀ, ਉਹ ਵੀ ਜ਼ਰੂਰੀ ਹੈ, ਕਿਉਂਕਿ ਐਕਸਰਸਾਈਜ਼ ਦੇ ਨਾਲ ਹੀ ਆਪਾਂ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਾਂ। ਤਾਂ ਸਰ ਜੀ ਉੱਪਰ ਆਇਆ ਬਿਲਕੁਲ ਜੀ, ਤਸਵੀਰਾਂ ਅਸੀਂ ਦੇਖ ਰਹੇ ਹਾਂ ਲਗਾਤਾਰ। ਤਾਂ ਸਰ ਜਾਂਦੇ ਮੈਂ ਜੀ ਕਿ ਵੀ ਇਸ ਉਮਰ ਦੇ ਵਿੱਚ ਜਿਵੇਂ 70 ਸਾਲ ਲਾ ਲਓ, 75 ਸਾਲ ਲਾ ਲਓ, ਕਿਸੇ ਦੀ ਐਦੀ ਬੋਡੀ ਨਹੀਂ ਮਿਲੇਗੀ ਤੁਹਾਨੂੰ ਵਰਲਡ 'ਚ। ਮੈਂ ਕਾਹਨੂੰ ਮੈਂ ਕਹਾਂ ਵਰਲਡ 'ਚ ਨਹੀਂ ਹੋਗਾ। ਵੈਸੇ ਤੁਸੀਂ ਗੂਗਲ 'ਤੇ ਦੇਖੋਗੇ ਨਾ, ਤੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਵੀ ਮੈਂ ਚਲੋ ਉਹਨਾਂ ਨਹੀਂ, ਉਹਦੇ ਨਾਲ ਦਾ ਵੀ ਹੈਗਾ। ਉਹ ਮੈਨੂੰ ਲੋਕਾਂ ਨੇ ਦੱਸਿਆ ਸੀ ਕਿ ਦੇਖੋ ਜੀ ਗੂਗਲ 'ਚ ਹੈ ਜਿਹੜੇ ਵਗੇ ਨੇ। ਮੈਂ ਕਿਹਾ ਭਾਈ ਠੀਕ ਹੈ। 87 ਪਲੱਸ ਦਾ ਇੱਕ ਦੋ ਹੀ ਬੰਦੇ ਦੇਖੇ ਨੇ ਕਿ ਜਿਹੜੇ ਕਿ ਵੀ ਉਹ ਵੀ ਇੰਜੈਕਸ਼ਨ ਲਾਉਂਦੇ ਨੇ, ਉਹ ਦਿਖਾਉਂਦੇ ਨੇ ਉੱਥੇ, ਯਾਨੀ ਕਿ ਵੀ ਨੈਚੁਰਲ ਨਹੀਂ ਹੈ। ਨੈਚੁਰਲ ਉਹਨਾਂ ਦੀ ਡਾਇਟ, ਦੇ ਆਰ ਵੈਰੀ ਸਪੈਸ਼ਲੀ, ਦੇ ਹੈਡ ਬੀਨ ਏ ਵੈਰੀ ਆਈ ਮੀਨ ਚੈਂਪੀਅਨ ਆਫ ਕੈਨੇਡਾ ਲੈਣਾ ਦੇਣਾ। ਉਹ ਬੰਦੇ ਅੱਜ ਤੱਕ ਉਹ ਸ਼ੋਅ ਕਰ ਰਹੇ ਨੇ, ਮਗਰ ਉਹ ਕਈ ਬੰਦੇ ਯਾਨੀ ਕਿ ਵੀ ਪਹਿਲਾਂ ਹੀ ਐਕਸਪਾਇਰ ਹੋ ਗਏ, ਔਰ ਐਸੇ ਹੀ 'ਤੇ ਕੋਈ ਘੱਟ ਹੀ ਬੰਦੇ ਪਹੁੰਚੇ ਨੇ। ਤੁਸੀਂ ਦੇਖੋਗੇ ਨਾ, ਤੁਸੀਂ ਉੱਥੇ ਗੂਗਲ 'ਤੇ ਕਹੋਗੇ ਵੀ ਕਿ ਵੀ ਬੋਡੀ ਬਿਲਡਰ ਅਬਵ 87, ਅਤੇ ਤੁਸੀਂ 2-4 ਬੰਦੇ ਦੇਖੋਗੇ। ਤਾਂ ਸਕਰੀਨ ਦੇ ਉੱਤੇ ਨਾ ਹੁਣ ਇੱਕ ਤੁਹਾਨੂੰ ਤਸਵੀਰ ਨਜ਼ਰ ਆ ਰਹੀ ਹੋਏਗੀ, ਜਿਸ ਦੇ ਉੱਤੇ ਮੈਂ ਹੱਥ ਵੀ ਤੁਹਾਨੂੰ ਲਗਾ ਕੇ ਦਿਖਾ ਰਿਹਾ, ਤਸਵੀਰ ਨਜ਼ਰ ਆ ਰਹੀ ਹੋਏਗੀ। ਤਾਂ ਇਹ ਟੰਡਨ ਜੀ ਦੀ ਫੋਟੋ ਹੈ। ਤੁਹਾਨੂੰ ਪਹਿਲਾਂ ਜਿਹੜੀਆਂ ਤਸਵੀਰਾਂ ਤੁਸੀਂ ਦੇਖੀਆਂ, ਔਰ ਇਸ ਤਸਵੀਰ ਨੂੰ ਦੇਖ ਕੇ ਜ਼ਮੀਨ ਅਸਮਾਨ ਦਾ ਫਰਕ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ। ਤਾਂ ਮੈਂ ਦੱਸ ਦਿੰਦਾ ਕਿ ਇਹ ਫੋਟੋਆਂ ਜਿਹੜੀ ਇਹ ਬਿਲਕੁਲ ਸੀਰੀਅਲ ਵਾਈਜ਼ ਹੀ ਲਗਾਈ ਹੋਈ ਆ ਉਹਨਾਂ ਨੇ। ਜਿਸ ਤਰੀਕੇ ਨਾਲ ਪਹਿਲਾਂ ਤੁਸੀਂ ਇਹਨਾਂ ਦੀ ਮਸਲਸ ਵਾਲੀਆਂ ਫੋਟੋ ਦੇਖੀਆਂ ਨੇ, ਤਾਂ ਇਹ ਜਿਹੜਾ ਇੱਕ ਫੋਟੋ ਇਹਨਾਂ ਦੀ ਤੁਸੀਂ ਦੇਖ ਰਹੇ ਹੋ, ਇੱਥੇ ਇਹਨਾਂ ਨੂੰ ਥੋੜ੍ਹਾ ਜਿਹਾ ਪ੍ਰੋਬਲਮ ਆਈ ਸੀ, ਸਿਹਤ ਕਾਰਨਾਂ ਦੇ ਕਾਰਨ ਥੋੜ੍ਹਾ ਜਿਹਾ ਜਿਹੜਾ ਡਾਊਨ ਹੋਇਆ ਸੀ। ਸਰ ਮੈਨੂੰ ਉਹ ਵੀ ਜ਼ਰੂਰ ਦੱਸ ਦਿਓ ਇੱਕ ਵਾਰੀ ਕਿ ਕੀ ਪ੍ਰੋਬਲਮ ਆਈ ਸੀ।
ਮੈਨੂੰ ਕੈਂਸਰ ਹੋ ਗਿਆ ਸੀ ਔਰ ਮੈਂ ਯਾਨੀ ਕਿ ਇੱਥੇ ਸਾਰਿਆਂ ਨੂੰ ਦਿਖਾਇਆ ਹਸਪੀਟਲ ਵਾਲਿਆਂ ਨੇ, ਉਹਨੇ ਕਿਹਾ ਵੀ ਤੁਹਾਡਾ ਕੇਸ ਕੁਝ ਮੁਸ਼ਕਲ ਹੈ ਤੇ ਤੁਸੀਂ ਨਾ ਬੰਬੇ ਜਾਓ। ਔਰ ਮੈਂ ਫਿਰ ਬੰਬੇ ਵੀ ਗਿਆ। ਬੰਬੇ ਫਿਰ ਹਫ਼ਤਾ ਭਰ ਰਿਹਾ, ਉਹਨਾਂ ਨੇ ਸਾਰੇ ਟੈਸਟ ਟੁਸਟ ਕੀਤੇ ਤੇ ਫਿਰ ਮੈਂ ਕਿਹਾ ਵੀ ਮੈਂ ਤੇ ਪਹਿਲਾਂ ਆਪਣੇ ਫੈਮਿਲੀ ਕੋਲ ਜਾ ਕੇ ਫਿਰ ਆਵਾਂਗਾ ਇੱਥੇ। ਮੈਂ ਫਿਰ ਵਾਪਸ ਆ ਗਿਆ ਤੇ ਫਿਰ ਇੱਥੇ ਜਿਹੜਾ CMC ਹਸਪੀਟਲ 'ਚ ਗਿਆ ਸੀ ਡਾਕਟਰ CM ਸਿੰਘ, ਉਹਨੂੰ ਮੈਂ ਰਿਕੁਐਸਟ ਕੀਤੀ। ਉਹਨਾਂ ਨੇ ਪਹਿਲਾਂ ਐਸੋਸੀਏਸ਼ਨ 'ਚ ਸਾਰੀ ਡਾਕਟਰਾਂ ਨੇ ਇਕੱਠਾ ਕੀਤਾ ਵੀ ਇਹਦਾ ਇਲਾਜ ਕਰਨਾ ਕਿ ਉਹਨੇ ਜਵਾਬ ਦੇ ਦਿੱਤਾ CMC ਵਾਲਿਆਂ ਨੇ। ਫਿਰ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਮੇਰੀ ਰਿਕੁਐਸਟ ਹੈਗੀ ਹੈ, ਮੈਂ ਕਿਹਾ ਮਰਨ ਤੋਂ ਪਹਿਲਾਂ ਦੇਖੋ ਵੀ ਕਿ ਮੇਰਾ ਤੁਸੀਂ ਇਲਾਜ ਕਰਨਾ, ਕਹਿੰਦਾ ਕਰ ਦਾਂਗੇ। ਬਾਅਦ ਫਿਰ ਉਹਨੇ ਮੇਰਾ ਆਪਰੇਸ਼ਨ ਕੀਤਾ। 6 ਮਹੀਨੇ ਮੈਂ ਯਾਨੀ ਕਿ ਅੰਡਰ ਸੁਪਰਵਿਜ਼ਨ ਹੀ ਰਿਹਾ। ਫਿਰ 5 ਸਾਲ ਬਾਅਦ ਜਦੋਂ ਮੇਰੀ ਸਿਹਤ ਬੁਰੀ ਹੋ ਗਈ, ਆਲ ਇੰਡੀਆ ਦਾ ਯਾਨੀ ਕਿ ਐਸੋਸੀਏਸ਼ਨ ਦੇ ਡਾਕਟਰ ਸੀ, ਉਹਨਾਂ ਨੇ ਉੱਥੇ ਇਕੱਠੇ ਹੋਏ ਸੀ। ਫਿਰ ਮੈਨੂੰ ਘਰੋਂ ਬੁਲਾਇਆ ਗਿਆ ਸੀ ਕਿ ਤੁਸੀਂ ਸਟੇਜ 'ਤੇ ਖੜ੍ਹੇ ਹੋਵੋ ਵੀ। ਉਹ ਕਹਿੰਦੇ ਅਸੀਂ ਇਹਦਾ ਇਲਾਜ ਕੀਤਾ, ਦੇਖੋ ਕਿੱਡੀ ਬੋਡੀ ਵਧੀਆ। ਹਾਂ ਬਸ ਇੱਦਾਂ ਹੀ ਹੈ। ਬਿਲਕੁਲ, ਜਾਣੀ ਕਿ ਤੁਸੀਂ, ਮੈਂ ਕਹਿ ਸਕਦਾ ਕਿ ਉਸ ਸਟੇਜ ਦੇ ਉੱਤੋਂ ਵਾਪਸ ਆ ਕੇ ਫਿਰ ਅਜਿਹੀ ਬਾਡੀ ਬਣਾਈ ਆ ਜਦੋਂ ਕੋਈ ਵੀ ਇਨਸਾਨ ਹੋਵੇ ਹੌਸਲਾ ਛੱਡ ਦਿੰਦਾ ਵਾ, ਇੱਕ ਹੌਸਲਾ ਛੱਡ ਦਿੰਦਾ ਔਰ ਉਮੀਦ ਵੀ ਨਹੀਂ ਰੱਖਦਾ ਸ਼ਾਇਦ। ਮੈਨੂੰ ਲੱਗਦਾ ਕਈ ਵਾਰ ਇਨਸਾਨ ਆਪਾਂ ਨੂੰ ਅਜਿਹੇ ਵੀ ਮਿਲਦੇ ਆ, ਤਾਂ ਤੁਸੀਂ ਉਸ ਸਟੇਜ ਦੇ ਵਿੱਚੋਂ ਨਿਕਲ ਕੇ ਦੁਬਾਰੇ ਜਿਹੜੀ ਇਹ ਬਾਡੀ ਆ ਤੁਸੀਂ ਬਣਾਈ ਹੈ। ਤਾਂ ਉਸ ਸਮੇਂ ਸਰ ਜਦੋਂ ਉਹ ਇੱਕ ਦੌਰ ਆਇਆ, ਕਹਿ ਸਕਦਾ ਕਿ ਉਹ ਸਮਾਂ ਆਇਆ ਨਾ, ਤਾਂ ਕਾਫੀ ਜ਼ਿਆਦਾ ਮੁਸ਼ਕਿਲ ਹੁੰਦਾ। ਉਸ ਸਮੇਂ ਨੂੰ ਫਿਰ ਕਿਵੇਂ ਸੰਭਾਲਿਆ, ਕਿਵੇਂ ਆਪਣੇ ਆਪ ਨੂੰ? ਦੇਖੋ ਜੀ ਵੀ ਆਪਟੀਮਿਸਟਿਕ ਆਪਾਂ ਹੈਗੇ ਸੀ। ਆਪਾਂ ਕਿਹਾ ਵੀ ਜੋ ਵੀ ਹੋ ਰਿਹਾ ਠੀਕ ਹੋ ਰਿਹਾ ਤੇ ਆਪਾਂ ਹਿੰਮਤ ਨਹੀਂ ਹਾਰੀ। ਔਰ ਬੜਾ ਯਾਨੀ ਕਿ ਵੀ ਐਸਾ ਹੈਗਾ ਸੀ ਕਿ ਵੀ ਹਿੰਮਤ ਨਹੀਂ ਹਾਰੀ। ਡਾਕਟਰ ਕਹਿੰਦਾ ਇਹ ਹੋਗਾ, ਮੈਂ ਕਿਹਾ ਮੈਨੂੰ ਕੁਛ ਨਹੀਂ ਹੋ ਸਕਦਾ, ਤੁਸੀਂ ਮੇਰਾ ਇਲਾਜ ਕਰੋ। ਬਸ ਹੌਲੀ ਹੌਲੀ ਸਭ ਠੀਕ ਹੋ ਗਏ। ਯਾਨੀ ਕਿ ਕਹਿ ਸਕਦਾ ਕਿ ਤੁਹਾਡੇ 'ਚ ਇੱਕ ਹੌਸਲਾ ਸੀ। ਤੁਸੀਂ ਕਹਿ ਰਹੇ ਸੀ ਕਿ ਕੁਛ ਨਹੀਂ ਹੋਇਆ, ਤੁਸੀਂ ਆਪਦਾ ਟ੍ਰੀਟਮੈਂਟ ਕਰੋ, ਮੈਂ ਸੈੱਟ ਹਾਂ, ਬਿਲਕੁਲ ਫਿੱਟ ਹੀ ਹਾਂ। ਮੈਂ ਪਹਿਲਾਂ ਘਰ ਵੀ ਨਹੀਂ ਦੱਸਿਆ ਕਿ ਕਿਸ ਤਰ੍ਹਾਂ ਕਿ ਮੈਨੂੰ ਕੈਂਸਰ ਹੋ ਗਿਆ, ਪਰ ਬਾਅਦ 'ਚ ਮੈਂ ਦੱਸਿਆ। ਤੇ ਉਹ ਇੱਦਾਂ ਕਰਕੇ ਹੈ। ਬਿਲਕੁਲ ਕਹਿ ਸਕਦੇ ਹਾਂ ਕਿ ਹੌਸਲੇ ਵਾਲੇ ਦਾ ਪਰਮਾਤਮਾ ਵੀ ਸਾਥ ਦਿੰਦਾ ਹੈ। ਇਹ ਰਿਕਾਰਡ ਹੋਲਡਰ ਦੀ ਹੈ ਨਾ, ਸਾਰੇ ਖੜੇ ਨੇ ਕਿ ਵੀ ਗਲਤ ਨਾ ਹੋਵੇ। ਆ ਦੇਖੋ ਅੱਛਾ ਜੀ, ਕਿ ਵੀ ਹਾਂ ਬਈ ਨਹੀਂ ਕਿ ਵੀ ਬਿਲਕੁਲ ਠੀਕ ਹੋਵੇ, ਕਿਉਂਕਿ ਇਹ 'ਚ ਪੈਰ ਵੀ ਹਿਲ ਜਾਏ ਨਾ ਉਠਾ ਕੇ ਤੇ ਫਿਰ ਫੇਲ ਹੈ। ਯਾਨੀ ਕਿ ਵੀ ਪੈਰ ਹਿਲ ਜਾਏ ਜਾਂ ਥੋੜ੍ਹਾ ਬਹੁਤ ਐਂ ਹੋਵੇ, ਸਭ ਫੇਲ ਹੈ। ਇਹ ਬਿਲਕੁਲ ਸਟਰੈਂਥ ਵਾਲੀ ਸੀ। ਅੱਛਾ ਜੀ, ਇਹ 'ਤੇ ਮੈਂ ਰਿਕਾਰਡ ਰੱਖਿਆ ਸੀ। ਇਹਦੇ ਤੇ ਸਰ ਕਿੰਨਾ ਰਿਕਾਰਡ ਸੀ, ਅਗਰ ਕੋਈ ਯਾਦ ਹੋਵੇ? ਇਹ ਨੀਅਰ ਅਬਾਊਟ 110 ਕਿਲੋ ਸੀ। ਅੱਛਾ ਜੀ, ਉਸ ਰੇ ਯਾਨੀ ਕਿ ਇਸ ਤਰੀਕੇ ਨਾਲ ਕੋਈ ਵੀ ਨਹੀਂ ਚੁੱਕ ਸਕਿਆ ਪੰਜਾਬ 'ਚ। ਇਹ ਪੰਜਾਬ ਦਾ ਹੀ ਕੰਪੀਟੀਸ਼ਨ? ਪੰਜਾਬ ਦਾ ਕੰਪੀਟੀਸ਼ਨ। ਤਾਂ ਇਹ ਜਿਹੜੀ ਤੁਹਾਡੀ ਅਮੀਰ ਖਾਨ ਦੇ ਨਾਲ ਮੁਲਾਕਾਤ ਹੋਈ ਹੈ ਜੀ, ਇਹ ਕਦੋਂ ਹੋਈ ਸੀ ਤੇ ਕਿੱਥੇ ਹੋਈ ਸੀ? ਇਹ ਆਪਣਾ ਕਿਹੜਾ ਹੋਟਲ ਸੀ? ਆਜ਼ਾਦ ਹੋਟਲ ਦੇ ਵਿੱਚ ਠਹਿਰੇ ਸੀ। ਮੈਂ ਬਹੁਤ ਦਫਾ ਗਿਆ, ਮੈਂ ਕਿ ਮੈਂ ਮਿਲਣਾ, ਉਹ ਕਹਿਣ ਵੀ ਉੱਪਰ ਨਹੀਂ ਗਿਆ, ਕਿਸੇ ਮਿਲਣ ਨਹੀਂ ਦਿੰਦੇ ਸੀ। ਇਹਦੀ ਸਿਕਿਉਰਿਟੀ ਬਹੁਤ ਜ਼ਿਆਦਾ ਹੈਗੀ ਸੀ। ਉਹ ਥੱਲੇ ਉਹਨਾਂ ਨੇ ਕਿਹਾ ਸੀ, ਐਡਵਾਈਜ਼ ਕੀਤਾ ਹੋਟਲ ਵਾਲਿਆਂ ਨੂੰ ਵੀ ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ ਮੇਰੇ ਕਮਰਿਆਂ 'ਚ। ਅਤੇ ਉਹਦਾ ਸਭ ਤੋਂ ਉੱਪਰ ਰੂਮ ਹੈਗਾ ਸੀ। ਅਤੇ ਇਹ ਆਪਣਾ ਸਾਰੀ ਟੀਮ ਇਹਦੇ ਕੋਲ ਹੈਗੀ ਸੀ, ਜਿਹੜੇ ਵੀ ਐਜ਼ ਏ ਬੋਡੀਗਾਰਡ ਵੀ ਗਏ ਸੀ। ਅਤੇ ਆਪਣਾ ਇਹਨਾਂ ਨੇ ਆਪਣੇ ਨਾ ਵੇਟ ਵੂਟ ਸਾਰੇ ਉੱਥੋਂ ਬੰਬੇ ਤੋਂ ਲੈ ਕੇ ਆਏ ਸੀ। ਮੈਂ ਉੱਥੇ ਗਿਆ ਪਹਿਲੇ ਦਿਨ, ਮੈਂ ਕਿਹਾ ਮੈਂ ਦਿਖਾਓ ਵੀ ਕਿਹੜੇ ਵੇਟ ਵੂਟ ਹੈਗੇ। ਉਹ ਦੇਖਿਆ, ਉਹ ਬੜੇ ਭਾਰੀ ਵੇਟ ਹੈਗੇ ਸੀ। ਮੇਰੇ ਵਾਸਤੇ ਚੁੱਕਣੇ ਵੀ ਬੜੀ ਮੁਸ਼ਕਿਲ ਸੀ। ਅਤੇ ਫਿਰ ਜਿਹੜਾ ਉੱਥੋਂ ਦਾ ਕੋਚ ਹੈਗਾ ਸੀ, ਉਹ ਕਹਿੰਦਾ ਜੀ ਮੇਰੇ ਨਾਲ ਤੁਸੀਂ ਫੋਟੋ ਖਿਚਾਓ। ਅਤੇ ਉਸ ਤੋਂ ਬਾਅਦ ਮੈਂ ਉਹਨੂੰ ਰਿਕੁਐਸਟ ਕੀਤੀ ਵੀ ਮੈਨੂੰ ਇਹਨਾਂ ਮਿਲਾ ਦਿਓ। ਉਹਨੇ ਵੀ ਕੋਸ਼ਿਸ਼ ਕੀਤੀ, ਫਿਰ ਮਿਲੇ ਨਾ। ਫਿਰ ਕਿਤੇ ਐਵੇਂ ਦੇ ਦੋਸਤ ਹੈਗੇ ਸੀ, ਉਹਨਾਂ ਨੇ ਫਿਰ ਇਹਨੇ ਕਿਹਾ ਕਿ ਫਿਰ ਮੇਰੀ ਇਹਨਾਂ ਨਾਲ ਇੰਟਰਵਿਊ ਕਰਾਈ ਸੀ। ਤਾਂ ਫਿਰ ਜਦੋਂ ਮੁਲਾਕਾਤ ਹੋਈ, ਅਮੀਰ ਖਾਨ ਮਿਲਣ ਆਏ, ਉਸ ਸਮੇਂ ਕਿਹੋ ਜਿਹਾ ਮਾਹੌਲ ਬਣਿਆ? ਬਹੁਤ ਵਧੀਆ ਮਾਹੌਲ ਸੀ। ਸਾਰੇ ਦੇਖਣ ਵਾਲੇ ਸਾਡੇ ਜਿਹੜੇ ਨਾਲ ਗਏ ਸੀ ਬੜੇ ਖੁਸ਼ ਹੋਏ। ਹੋਰ ਕਿਸੇ ਨਾਲ ਕੀ ਗੱਲ ਕਰਨੀ ਸੀ, ਇਹਦੇ ਨਾਲ ਮੈਨੂੰ ਲੱਗਾ ਰਿਹਾ। ਜਾਣੀ ਕਿ ਫਿਰ ਜਦੋਂ ਤੁਹਾਨੂੰ ਮਿਲੇ ਤਾਂ ਕਹਿ ਸਕਦਾ ਕਿ ਤੁਹਾਡੇ ਨਾਲ ਹੀ ਗੱਲਾਂ ਬਾਤਾਂ ਕਰਦੇ ਰਹੇ, ਹੋਰ ਕਿਸੇ ਨਾਲ ਨਹੀਂ। ਇਹ ਨਾਲ ਸੀ ਮੇਰੇ। ਅੱਛਾ ਜੀ, ਅਤੇ ਮੇਰੇ ਨਾਲ ਹੀ ਫਿਰ ਲੱਗੇ ਰਿਹਾ। ਹੁਣ ਮੈਂ ਵੀ ਕਿੰਨੀ ਦੇਰ ਕੀ ਮੈਂ ਗੱਲ ਕਰ ਸਕਦਾ ਸੀ। ਬਸ ਉਹਦੇ ਬੋਡੀਗਾਰਡ ਵੀ ਨਾਲ ਖੜ੍ਹੇ ਸੀ, ਬਹੁਤ ਬੋਡੀਗਾਰਡ ਸੀ ਨਾਲ ਉਹਦੇ।
ਤੇ ਆਪਣਾ ਬੜਾ ਖੁਸ਼ ਹੋਇਆ ਵੀ ਠੀਕ ਠਾਕ ਹੈ। ਬਸ ਇੰਨੀ ਗੱਲ ਹੋਈ, ਫਿਰ ਅਸੀਂ ਵਾਪਸ ਆ ਗਏ। ਕੋਈ ਹੈ ਬਿਲਕੁਲ ਸਰ, ਤਾਂ ਜਾਂਦੇ ਜਾਂਦੇ ਕੋਈ ਸੰਦੇਸ਼ ਹੋਵੇ ਜਿਹੜੇ ਨੌਜਵਾਨ ਬਾਡੀ ਬਿਲਡਿੰਗ ਕਰਦੇ ਨੇ, weight lifting ਕਰਦੇ ਨੇ, ਜਾਂ ਫਿਰ ਉੱਦਾਂ ਜਿਮ ਲਗਾਉਣ ਦਾ ਸ਼ੌਂਕ ਹੈ, ਕਈਆਂ ਨੂੰ ਆਪਣੀ ਬਾਡੀ ਬਣਾਉਣ ਦਾ ਸ਼ੌਂਕ ਹੈ, ਉਹਨਾਂ ਨੌਜਵਾਨਾਂ ਲਈ ਕੋਈ ਸੰਦੇਸ਼ ਹੋਵੇ ਤੁਹਾਡਾ, ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਪੰਜਾਬ ਦਾ ਕੋਚ ਵੀ ਰਿਹਾ ਆਪਣੀ ਬਾਡੀ ਬਿਲਡਿੰਗ ਦਾ ਆਪਣੇ ਜ਼ਮਾਨੇ 'ਚ। ਮੈਂ ਤੇ ਹੁਣ ਦੀ ਜਿਹੜੀ ਚੀਜ਼ ਹੈਗੀ ਹੈ ਇਹ ਬਹੁਤ ਮੁਸ਼ਕਲ ਹੈ, ਕਿਉਂਕਿ ਇੱਥੇ ਹਰ ਬੰਦਾ ਯਾਨੀ ਕਿ ਜਿਹੜਾ ਕੋਚ ਉਹ ਲਿਆਉਂਦੇ ਨਾ, ਔਰ ਮੈਨੂੰ ਇੰਨਾ ਪਤਾ ਕੋਈ ਨਹੀਂ ਹੈ ਵੀ ਉਹ ਕੀ ਲੋਕਾਂ ਨੂੰ ਕਰਾਉਂਦੇ ਨੇ। ਮਸ਼ੀਨਰੀ ਐਸੀ ਆ ਗਈਆਂ, ਹਰ ਮਸਲ ਦੀ ਮਸ਼ੀਨਰੀ ਤੇ ਲੈਦਾ ਸਾਡੇ ਜ਼ਮਾਨੇ 'ਚ ਨਹੀਂ ਸੀ। ਅਤੇ ਹੁਣ ਮੈਂ ਲੋਕਾਂ ਨੂੰ ਇਹੀ ਕਹਿਣਾ ਕਿ ਭਾਈ ਬੋਡੀ ਬਣਾਓ ਤੁਸੀਂ ਆਪਣਾ ਚੰਗੀ ਤਰ੍ਹਾਂ, ਮਗਰ ਤੁਸੀਂ ਡੱਬੇ ਨਾ ਖਾਓ। ਅਗਰ ਜਿੰਨੇ ਜੇ ਡੱਬਾ ਖਾਂਦੇ ਹੋ ਦੇ ਗਿਵ ਯੂ ਮਸਲ ਪਾਵਰ ਲੈਣਾ ਦੇਣਾ, ਜਦੋਂ ਛੱਡੋਗੇ ਤੁਸੀਂ ਫਿਰ ਉਸ ਹਾਲਤ 'ਚ ਆ ਜਾਓਗੇ ਔਰ ਤੁਹਾਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪਊਗਾ। ਪਲੀਜ਼ ਡੋਂਟ ਟੇਕ। ਔਰ ਇਸ ਪਿੱਛੇ ਮੈਨੂੰ ਕਈ ਲੋਕ ਕਹਿੰਦੇ ਸੀ ਦਵਾਈਆਂ ਵਾਲੇ ਵੀ, ਤੁਸੀਂ ਲੋਕਾਂ ਨੂੰ ਕੀ ਸਮਝਾਉਂਦੇ ਹੋ, ਸਾਰੇ ਵਰਲਡ 'ਚ ਖਾਂਦੇ ਨੇ। ਮੈਂ ਕਿਹਾ ਭਾਈ ਜੋ ਮੈਨੂੰ ਪਤਾ ਗਿਆ ਮੈਂ ਤਾਂ ਉਹੀ ਕਹਿਣਾ। ਤਾਂ ਮੈਂ ਇਹੀ ਕਿਹਾ ਕਿ ਵੀ ਤੁਸੀਂ ਡੱਬਾ ਨਾ ਖਾਓ, ਤੁਸੀਂ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਦੱਸੀਆਂ ਪਹਿਲਾਂ ਮੈਂ ਉਹੀ ਖਾਓ, ਦੇਟ ਤੇ ਗੁੱਡ ਡਾਇਟ। ਅਤੇ ਬਾਕੀ ਠੀਕ ਹੈ, ਕਿਉਂਕਿ ਹੋਰ ਚੀਜ਼ਾਂ ਦੇਖੋ ਜੀ, ਮੈਂ ਤਾਂ ਆਪਣੀ ਲਾਈਫ ਨੂੰ ਟਰਾਂਸਫਰਟ ਕੀਤਾ ਵੀ ਭਾਈ ਮੈਂ ਲੋਕਾਂ ਨੂੰ ਇਹੀ ਕਿਹਾ ਵੀ ਆਪਣਾ ਅੰਡੇ ਲੋਕ 30 ਖਾਂਦੇ ਨੇ, ਕੋਈ 20 ਖਾਂਦਾ, ਕੋਈ ਦਾ ਆਪਣਾ ਚਿਕਨ ਖਾਂਦੇ ਨੇ। ਮੈਂ ਦੇਖਦਾ ਰਹਿਣਾ ਵੀ ਆਪਣਾ ਨਿਊਜ਼ ਦੇ ਵਿੱਚ ਕਈ ਬੰਦੇ, ਹੁਣ ਜਿਹੜਾ ਗਾਮਾ ਸੀ ਉਹ ਆਪਣਾ 10 ਕਿਲੋ ਦੁੱਧ ਪੀਂਦਾ ਸੀ, 6 ਮੁਰਗੇ ਖਾਂਦਾ ਸੀ, 200 ਗ੍ਰਾਮ ਗਿਰੀਆਂ ਖਾਂਦਾ ਸੀ, ਹੋਰ ਕਈ ਚੀਜ਼ ਖਾਂਦਾ ਸੀ। ਉਹ ਵਰਲਡ ਚੈਂਪੀਅਨ ਰਹੇ ਨੇ। ਉਹਨਾਂ ਨੇ ਯਾਨੀ ਕਿ ਵੀ ਡਾਈਟ ਦੇ ਸਿਰ 'ਤੇ ਵੀ ਗਏ ਨੇ, ਔਰ ਉਹਨਾਂ ਦੀ ਐਕਸਰਸਾਈਜ਼ ਬੜੀ ਸੀ। ਯਾਨੀ ਕਿ ਉਹ ਆਪਣਾ ਗਾਮੇ ਨੇ 1200 ਕਿਲੋ ਦਾ ਯਾਨੀ ਕਿ ਪੱਥਰ ਚੁੱਕਿਆ ਸੀ। ਇੱਦਾਂ ਕਰਕੇ ਨਾ ਪਹਿਲੇ ਜ਼ਮਾਨੇ 'ਚ ਹੋਰ ਚੀਜ਼ਾਂ ਸੀ, ਅੱਜ ਜ਼ਮਾਨਾ ਬਦਲ ਗਿਆ। ਮੇਰੀ ਤਾਂ ਇਹੀ ਹੈਗੀ ਹੈ ਕਿ ਵੀ ਨਸ਼ਾ ਨਾ ਕਰੋ ਅਤੇ ਆਪਣਾ ਡੱਬਾ ਨਾ ਖਾਓ, ਆਪਣੀ ਐਕਸਰਸਾਈਜ਼ ਕਰੋ। ਇਟ ਇਜ਼ ਏ ਰੂਟੀਨ ਇਨ ਲਾਈਫ। ਬਿਲਕੁਲ ਜੀ, ਤਾਂ ਸਰ ਦੇ ਵੱਲੋਂ ਵਧੀਆ ਮੈਸੇਜ ਵੀ ਦਿੱਤਾ ਗਿਆ, ਔਰ ਕਹਿ ਰਹੇ ਨੇ ਕਿ ਸ਼ਾਰਟਕੱਟ ਕਹਿ ਸਕਦੇ ਹਾਂ ਕਿ ਸ਼ਾਰਟਕੱਟ ਨਹੀਂ ਅਪਣਾਉਣਾ ਚਾਹੀਦਾ। ਥੋੜ੍ਹਾ ਜਿਹਾ ਬਾਡੀ ਨੂੰ ਟਾਈਮ ਦਿਓ, ਐਕਸਰਸਾਈਜ਼ ਕਰੋ, ਤਾਂ ਉਹਦਾ ਜਿਹੜਾ ਫਲ ਆ ਉਹ ਵੀ ਜ਼ਰੂਰ ਮਿਲਦਾ। ਤਾਂ ਸਰ ਨਾਲ ਤਾਂ ਮੁਲਾਕਾਤ ਤੁਹਾਡੀ ਕਰਵਾਈ ਦਿੱਤੀ ਹੈ, ਤਾਂ ਸਰ ਦੀ ਅਗਲੀ ਪੀੜ੍ਹੀ ਮੈਂ ਕਹਿ ਸਕਦਾ, ਦੂਜੀ ਪੀੜ੍ਹੀ ਮੇਰੇ ਨਾਲ ਬੈਠੇ ਨੇ, ਤਾਂ ਇਹਨਾਂ ਦੀ ਤੀਜੀ ਪੀੜ੍ਹੀ ਹੈ ਜਿਹੜੀ, ਉਹਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਵਾ ਦਿੰਦੇ ਆ। ਜਿਹੜੇ ਇਹਨਾਂ ਦੇ ਬੇਟੇ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਵਾ ਦਿੰਦੇ, ਉਹ ਵੀ ਫਿਟਨੈਸ ਦੇ ਵਿੱਚ ਉਹਨਾਂ ਦਾ ਕਿਹੋ ਜਿਹਾ ਜਿਹੜਾ ਮਾਹੌਲ ਜਾਂ ਕਿੱਦਾਂ ਦੀ ਉਹਨਾਂ ਦੀ ਬਾਡੀ ਹੈ, ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਇੱਕ ਵਾਰ। ਤਾਂ ਹੁਣ ਇਸ ਪਰਿਵਾਰ ਦੀ ਤੁਹਾਨੂੰ ਤੀਜੀ ਪੀੜ੍ਹੀ ਨਾਲ ਮਿਲਵਾਉਣ ਜਾ ਰਹੇ ਹਾਂ। ਜਿੱਦਾਂ ਸਰ ਨੇ ਪਹਿਲਾਂ ਦੱਸਿਆ ਕਿ ਉਹਨਾਂ ਦੇ ਫਾਦਰ ਸਾਹਿਬ ਖੁਦ ਭਲਵਾਨੀ ਦੇ ਖੇਤਰ ਵਿੱਚ ਰਹੇ ਨੇ, ਉਹਨਾਂ ਨੇ ਖੁਦ ਬਾਡੀ ਬਿਲਡਿੰਗ ਕੀਤੀ ਆ, ਜਿਹੜਾ weight lifting ਕਰਦੇ ਰਹੇ ਨੇ। ਤਾਂ ਹੁਣ ਮੇਰੇ ਨਾਲ ਇਹਨਾਂ ਦੀ ਤੀਜੀ ਪੀੜ੍ਹੀ ਹੈ ਜਿਹੜੀ, ਉਹ ਵੀ ਇੱਥੇ ਬੈਠੀ, ਔਰ ਫਿਟਨੈਸ ਦਾ ਰਾਜ ਆ ਜਿਹੜਾ ਇੱਥੇ ਤੱਕ ਵੀ ਬਰਕਰਾਰ ਆ। ਤਾਂ ਸਰ, ਸਭ ਤੋਂ ਪਹਿਲਾ ਸਵਾਲ ਤਾਂ ਤੁਹਾਨੂੰ ਵੀ ਮੇਰਾ ਇਹੀ ਹੈ ਕਿ ਜਿਹੜਾ ਫਿਟਨੈਸ ਦਾ ਰਾਜ ਹੈ ਇਹਦਾ ਕੀ ਅਜਿਹੇ ਕਾਰਨ ਨੇ? ਦੇਖੋ ਜੀ, ਆਪਾਂ ਸ਼ੁਰੂ ਤੋਂ ਸੁਣਿਆ ਕਿ ਵੀ ਇੱਕ DNA ਜ਼ਰੂਰ ਚੱਲਦਾ ਵਾ। ਇੱਦਾਂ ਹੀ ਮੇਰੇ ਦਾਦਾ ਜੀ ਤੋਂ ਮੇਰੇ ਫਾਦਰ ਸਾਹਿਬ ਨੂੰ ਆਇਆ, ਫਾਦਰ ਸਾਹਿਬ ਤੋਂ ਮੈਨੂੰ ਟ੍ਰਾਂਸਫਰ ਹੋ ਗਿਆ। ਉਹ ਕਹਿੰਦੇ ਨੇ ਕੁਝ ਕੀੜੇ ਹੁੰਦੇ ਹੈ ਕਿ ਜਿਹੜੇ ਤੁਹਾਨੂੰ ਜਾਗਰੂਕ ਕਰਦੇ ਰਹਿੰਦੇ ਹੈ ਕਿ ਵੀ ਇਹ ਚੀਜ਼ ਆਪਾਂ ਕਰਨੀ ਹੈ। ਤੋ ਰਾਈਟ ਫਰੋਮ ਚਾਈਲਡਹੁੱਡ ਮੈਂ 10ਵੀਂ ਤੋਂ ਬਾਅਦ ਮੈਨੂੰ ਥੋੜ੍ਹਾ ਬਹੁਤਾ ਐਸੀ ਫੀਲਡ ਦੇ ਵਿੱਚ ਥੋੜ੍ਹਾ ਸ਼ੌਂਕ ਵਧਿਆ, ਫਾਦਰ ਸਾਹਿਬ ਨੂੰ ਬਚਪਨ ਤੋਂ ਦੇਖਦੇ ਹੋਏ। ਇਹੀ ਕਾਰਨ ਹੈ ਅੱਜ ਦੀ ਡੇਟ ਦੇ ਵਿੱਚ ਵੀ ਮੇਰਾ ਬੇਟਾ 22 ਸਾਲ ਦਾ ਹੋ ਗਿਆ, ਉਹਨੂੰ ਵੀ ਹੁਣ ਉਸ ਫੀਲਡ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਚੌਥੀ ਪੀੜ੍ਹੀ ਵੀ ਤਿਆਰ ਆ? ਹਾਂ, ਉਹਨੂੰ ਵੀ ਸ਼ੌਂਕ ਹੈਗਾ। ਉਹ ਕਹਿੰਦੇ, ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਨਾ ਕਿ DNA ਦਾ ਟ੍ਰਾਂਸਫਰ ਹੁੰਦਾ ਰਹਿੰਦਾ ਵਾ। ਤਾਂ ਮੰਨ ਲਓ ਘਰ ਦੇ ਵਿੱਚ ਕੋਈ ਖੁਰਾਕ ਘਰੇ ਹੀ ਤਿਆਰ ਕਰਦੇ ਲੱਗਦਾ ਮੈਨੂੰ, ਜਿਹੜਾ ਤੁਸੀਂ ਇੰਨਾ ਜ਼ਿਆਦਾ ਫਿੱਟ ਹੋ, ਕਿਉਂਕਿ ਮੈਂ ਇੰਨੀ ਏਜ ਹੋ ਗਈ ਸਰ ਦੀ, 87 ਏਜ ਹੈ, ਔਰ ਇਸ ਏਜ ਦੇ ਵਿੱਚ ਇੰਨੀ ਫਿਟਨੈਸ ਮੈਂ ਕਦੇ ਨਹੀਂ ਦੇਖੀ ਕਿਸੇ ਬੰਦੇ ਦੀ। ਇਹੀ ਸੌਰਟ ਆਫ ਇੰਕਰੇਜਮੈਂਟ ਕਹਿ ਲਓ ਅਤੇ ਮੋਟੀਵੇਸ਼ਨ ਕਹਿ ਲਓ ਕਿ ਵੀ ਇਸ ਏਜ ਦੇ ਵਿੱਚ ਵੀ ਫਾਦਰ ਸਾਹਿਬ ਹੈ ਆਪਣੇ ਆਪ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਔਰ ਸਾਨੂੰ ਵੀ ਨਾਲ ਮੋਟੀਵੇਟ ਕਰਦੇ ਰਹਿੰਦੇ ਨੇ ਕਿ ਕਾਕਾ ਜ਼ਿੰਦਗੀ 'ਚ ਜੋ ਮਰਜ਼ੀ ਮੁਕਾਮ ਆਉਣ, ਐਕਸਰਸਾਈਜ਼ ਨਹੀਂ ਛੱਡਣੀ। ਤੋ ਇਸ ਕਾਰਨ ਥੋੜ੍ਹੀ ਕੰਟੀਨਿਊਟੀ ਕਰ ਲਓ, ਅਤੇ ਇਸ ਕਾਰਨ ਪ੍ਰਭੂ ਕਿਰਪਾ ਦੇ ਨਾਲ ਵੀ ਕੋਈ ਆਸ਼ੀਰਵਾਦ ਵੀ ਹੈਗਾ ਕਿ ਵੀ ਬਾਬਿਆਂ ਦਾ ਕਿ ਵੀ ਠੀਕ ਹੈ। ਬਿਲਕੁਲ ਜੀ, ਤਾਂ ਇਹ ਵੀ ਜ਼ਰੂਰੀ ਹੈ, ਪ੍ਰਮਾਤਮਾ ਦਾ ਆਸ਼ੀਰਵਾਦ ਵੀ ਜ਼ਰੂਰੀ ਚਾਹੀਦਾ। ਤਾਂ ਉੱਧਰਲੀ ਸਾਈਡ ਸਰ ਬੈਠੇ ਨੇ, ਉਹਨਾਂ ਨਾਲ ਵੀ ਜ਼ਰੂਰ ਗੱਲ ਕਰਾਂਗੇ। ਸਰ, ਮੈਨੂੰ ਜਿਵੇਂ ਸਰ ਨੇ ਦੱਸਿਆ ਕਿ ਹੁਣ ਚੌਥੀ ਪੀੜ੍ਹੀ ਵੀ ਤਿਆਰ ਹੈ, ਇਹ ਖਾਸ ਹੀ ਲੱਗਦਾ। ਫਿਰ ਕੋਈ ਤੁਹਾਡੇ ਜਿਹੜੀ ਡਾਈਟ ਵਗੈਰਾ ਨਾ, ਮੈਨੂੰ ਲੱਗਦਾ ਇਹ ਤਾਂ ਹੁਣ ਹੀ ਕੋਈ ਸਪੈਸ਼ਲ ਡਾਈਟ ਬਣਾਈ ਲੱਗਦੀ ਹੈ ਕੋਈ?
ਡਾਈਟ ਦੇਖੋ ਜੀ ਸਿੰਪਲ ਹੀ ਹੈ। ਅਸੀਂ ਜ਼ਿਆਦਾ ਵੈਜੀਟੇਰੀਅਨ ਫੂਡ ਜ਼ਿਆਦਾ ਖਾਈਦਾ ਹੈ, ਮਤਲਬ ਕਿ ਦੁੱਧ ਦਹੀਂ ਵੈਜੀਟੇਬਲਸ ਫਰੂਟ ਡਰਾਈ ਫਰੂਟ, ਮਤਲਬ ਇਹ ਚੀਜ਼ਾਂ। ਤੇ ਜੋ ਅਸੀਂ ਫਾਦਰ ਸਾਹਿਬ ਨੂੰ ਸ਼ੁਰੂ ਤੋਂ ਦੇਖਿਆ, ਫਾਦਰ ਸਾਹਿਬ ਵੀ ਸ਼ੁਰੂ ਤੋਂ ਨੌਨ ਵੈਜ ਬਹੁਤ ਘੱਟ ਖਾਧਾ ਹੈ। ਹੁਣ ਅਸੀਂ ਉਹ ਬੋਇਲਡ ਐਗ ਇਹਨਾਂ ਨੂੰ ਦੇਈਦੇ ਆ, ਆਪ ਵੀ ਨਾਲ ਲਈਦੇ ਆ। ਬਾਕੀ ਉਹ ਜਿਹੜੀ ਇਹਨਾਂ ਦੀ ਡਾਈਟ ਹੁੰਦੀ ਹੈ ਉਹ ਅਸੀਂ ਵੀ ਨਾਲ ਵਿੱਚੋਂ ਚੁੱਕ ਕੇ ਖਾ ਲਈਦੀ ਹੈ। ਤਾਂ ਫਿਰ ਐਕਸਰਸਾਈਜ਼ ਕਿੰਨਾ ਕੁ ਟਾਈਮ ਲਗਾਉਂਦੇ ਹੋ ਜਿਵੇਂ ਡੇਲੀ ਬੇਸ ਦੇ ਉੱਤੇ? ਐਕਸਰਸਾਈਜ਼ ਸਰ ਇਸ ਤਰ੍ਹਾਂ ਕਿ 30-40 ਮਿੰਟਸ ਇਜ਼ ਐਨਫ ਡੇਲੀ। ਹਾਂਜੀ, ਹਰ ਮਸਲ ਦੀ, ਜਿਵੇਂ ਅੱਜ ਬਾਈਸੈਪਸ ਕੀਤੇ ਹਨ, 2-3 ਦਿਨ ਬਾਈਸੈਪ ਨੂੰ ਰੈਸਟ ਕਰਾ ਕੇ ਕੱਲ ਨੂੰ ਟਰਾਈਸੈਪ, ਫਿਰ ਚੈਸਟ, ਇਸ ਤਰ੍ਹਾਂ ਕਰਕੇ ਇੱਕ ਦਿਨ ਫਿਰ ਰਨਿੰਗ ਕਰੀਦੀ ਹੈ, ਤਾਂ ਕਿ ਵੇਟ ਰਨਿੰਗ ਵੀ ਜੋ ਬਹੁਤ ਜ਼ਰੂਰੀ ਹੈ। ਤੁਸੀਂ ਜਿਹੜੀ ਮਰਜ਼ੀ ਗੇਮ ਖੇਲੋ ਉਹ 'ਚ ਰਨਿੰਗ ਇਜ਼ ਬਹੁਤ ਜ਼ਰੂਰੀ ਹੈ। ਤੇ ਅਸੀਂ ਸਵੇਰੇ ਫਿਰ ਇੱਕ ਚੌਥੇ ਦਿਨ ਰਨਿੰਗ, ਇੱਕ ਦਿਨ ਫਿਰ ਰੈਸਟ ਕਰ ਲਈਦਾ। ਤੇ ਇਸ ਤਰ੍ਹਾਂ ਹਫਤੇ ਦਾ ਸ਼ਡਿਊਲ ਬਣਾਇਆ। ਬਾਕੀ ਬਿਜ਼ਨਸ ਕਰਦੇ ਹਾਂ, ਕਿਸੇ ਵੇਲੇ ਬਾਹਰ ਅੰਦਰ ਵੀ ਚਲੇ ਗਏ, ਲੇਕਿਨ ਐਕਸਰਸਾਈਜ਼ ਜ਼ਰੂਰ ਅਸੀਂ ਭਾਵੇਂ ਵਿਦਆਊਟ ਇੰਸਟਰੂਮੈਂਟ ਵੀ ਇਹਨਾਂ ਨੇ ਸਾਨੂੰ ਸਿਖਾਈ ਹੋਈ ਹੈ ਕਿਹੜੇ ਕਿਹੜੇ ਐਕਸ਼ਨ ਹੈਗੇ ਨੇ। ਉਹ ਅਸੀਂ ਵਿਦਆਊਟ ਡੰਬਲ ਵਿਦਆਊਟ ਰੋਡ ਤੋਂ ਉੱਦਾਂ ਵੀ ਐਕਸਰਸਾਈਜ਼ ਕਰ ਲਈਦੀ ਹੈ। ਅੱਛਾ, ਬਿਨਾਂ ਕਿਸੇ ਡੰਬਲ ਵਗੈਰਾ ਦੇ ਵੀ ਐਕਸਰਸਾਈਜ਼ ਕਰ ਲੈਂਦੇ ਹੋ? ਤਾਂ ਮੈਂ ਕਹਿੰਦਾ ਇੱਕ ਵਾਰ ਕਰਕੇ ਦਿਖਾ ਦਿਓ ਕੋਈ ਇੱਕ ਅੱਧਾ ਪੋਜ਼। ਹਾਂ ਲਓ। ਹੁਣ ਜਿਵੇਂ ਤੁਸੀਂ ਨਾਰਮਲ ਆਪਾਂ ਜਿਵੇਂ ਡੰਬਲ ਲਗਾਉਂਦੇ ਆ ਨਾ ਜੀ, ਉਸ ਤਰ੍ਹਾਂ ਤੁਸੀਂ ਇਹਨੂੰ ਟਾਈਟ ਕਰਕੇ 1 2 3 4, ਇਹ ਦੇਖੋ, ਇਹ ਤੁਹਾਡੇ ਵਿਦਆਊਟ ਇੰਸਟਰੂਮੈਂਟ ਜਿਹੜੀ ਹੈ ਉਹ ਐਕਸਰਸਾਈਜ਼ ਹੈ। ਉਸ ਤੋਂ ਬਾਅਦ ਆ ਜਾਂਦੀ ਵੀ ਟਰਾਈਸੈਪ, ਜੇ ਤੁਸੀਂ ਕਰਨੇ ਨੇ, ਆਹ ਦੇਖੋ ਜਿਹੜੀ ਆਪਾਂ ਇਹ ਟਰਾਈਸੈਪ ਦੀ ਆ ਜਾਏਗੀ ਇਸ ਤਰ੍ਹਾਂ। ਮਤਲਬ ਕਿ ਅਸੀਂ ਫਾਦਰ ਸਾਹਿਬ ਕੋਲ ਸਿੱਖਿਆ ਹੋਇਆ ਕਿ ਜਦੋਂ ਵੈਨ ਯੂ ਗੋ ਟੂ ਦ ਆਊਟ ਆਫ ਸਟੇਸ਼ਨ ਦੇਅਰ, ਤੁਹਾਨੂੰ ਉੱਥੇ ਕੁਝ ਨਹੀਂ ਮਿਲਦਾ ਤੇ ਤੁਸੀਂ ਕੀ ਕਰਨਾ? ਕਈ ਵਾਰ ਕੁਛ ਇਦਾਂ ਦੀ ਸਿਚੁਏਸ਼ਨ ਆ ਜਾਂਦੀ ਹੈ ਕਿ ਉੱਥੇ ਕੋਈ ਨੇੜੇ ਤੇੜੇ ਵੀ ਨਹੀਂ ਕੁਛ ਹੁੰਦਾ। ਉਹ ਅਸੀਂ ਖਾਲੀ ਬਾਲਟੀ ਦੇ ਵਿੱਚ ਪਾਣੀ ਭਰ ਕੇ ਹਾਫ ਦੇ ਉਹਦੇ ਨਾਲ ਤੁਸੀਂ ਅਸੀਂ ਮਤਲਬ ਕਿ ਕਰਕੇ ਐਕਸਰਸਾਈਜ਼ ਦਾ ਕੋਟਾ ਕਰ ਲਈਦਾ। ਯਾਨੀ ਕਿ ਕਹਿ ਸਕਦਾ ਕਿ ਐਕਸਰਸਾਈਜ਼ ਲਾਉਣ ਦੇ ਲਈ ਕੋਈ ਦੇਸੀ ਜੁਗਾੜ ਵੀ ਲਾ ਲੈਂਦਾ ਜਦੋਂ ਲੱਗਦਾ ਕਿ ਹਾਂ। ਬਿਲਕੁਲ ਦੇਸੀ ਜੁਗਾੜ ਲੱਗ ਜਾਂਦੇ ਆ। ਦੇਖੋ ਜਿਵੇਂ ਹੁਣ ਟੇਬਲ ਹੈਗੀ ਹੈ, ਆ ਦੇਖੋ ਇਹ ਟੇਬਲ ਤੇ ਦੇਸੀ ਜੁਗਾੜ, ਇਹ ਤੁਹਾਡੇ ਟਰਾਈਸੈਪਸ ਦੀ ਹੈ। ਇਹ ਦੇਖੋ, ਤੇ ਮਤਲਬ ਇਹ ਵੀ ਜੇ ਤੁਹਾਡੇ ਕੋਲ weight ਨਹੀਂ ਵੀ ਹੈਗਾ ਤੇ ਤੁਸੀਂ ਇਹ ਸਾਨੂੰ ਫਾਦਰ ਸਾਹਿਬ ਨੇ ਜਿਹੜੀਆਂ ਦੱਸਿਆ ਉਸ ਹਿਸਾਬ ਨਾਲ ਅਸੀਂ ਕਿ ਮੈਂ ਕਹਿ ਸਕਦਾ ਕਿ ਐਕਸਰਸਾਈਜ਼ ਲਾਉਣ ਦਾ ਤਾਂ ਤੁਹਾਨੂੰ ਬਹਾਨਾ ਹੀ ਚਾਹੀਦਾ। ਲੋਕ ਬਚਦੇ ਆ ਕਿ ਬਹਾਨਾ ਲਗਾ ਕੇ ਕਿੱਦਾਂ ਬਚਿਆ ਜਾਏ। ਕਈ ਵਾਰ ਦੇਖਿਆ ਆਪਾਂ ਕਿਸੇ ਕੋਚ ਕੋ ਵੀ ਜੋ ਪ੍ਰੈਕਟਿਸ ਲਗਾਉਂਦੇ ਨੇ ਤਾਂ ਜ਼ਿਆਦਾਤਰ ਹੁੰਦਾ ਕਿ ਜਦੋਂ ਕਿਸੇ ਦਾ ਮਨ ਨਹੀਂ ਹੁੰਦਾ ਤਾਂ ਉਹ ਬਚਦੇ ਆ ਬਹਾਨਾ ਲਾ ਕੇ ਕਿ ਅੱਜ ਕੋਈ ਚੀਜ਼ ਛੱਡ ਦਈਏ, ਪਰ ਤੁਸੀਂ ਬਹਾਨਾ ਲੱਭਦੇ ਹੋ ਕਿ ਕਿਵੇਂ ਕਿਹੜੀ ਐਕਸਰਸਾਈਜ਼ ਲਾ ਲਈ। ਇਹ ਬਹੁਤ ਸਾਨੂੰ ਫਾਦਰ ਸਾਹਿਬ ਦੀ ਗਾਈਡੈਂਸ ਹੈ। ਜੇ ਤੁਸੀਂ ਇੱਕ ਵਾਰੀ ਛੱਡ ਦਿੰਦੇ ਹੋ ਨਾ, ਫਿਰ ਉਹ ਗੈਪ ਜਿਹੜਾ ਹੈ ਫਿਰ ਕਵਰ ਕਰਨਾ ਵਾਸਤੇ ਫਿਰ ਤੁਹਾਨੂੰ ਦੁਬਾਰਾ ਰਿਟਿਊਨ ਕਰਨਾ ਪੈਂਦਾ। ਤੇ ਇਸ ਕਰਕੇ ਥੋੜ੍ਹਾ ਬਹੁਤ ਡੇਲੀ, ਚਾਹੇ ਤੁਸੀਂ 15-20 ਅੱਧਾ ਘੰਟਾ ਜ਼ਰੂਰ ਕਰੋ, ਕੁਛ ਨਾ ਕਰਦੇ ਕਿ ਬੋਡੀ ਪੰਪਿੰਗ ਹੋ ਜਾਂਦੀ ਹੈ ਉਹਦੇ 'ਚ। ਬਿਲਕੁਲ ਜੀ, ਤਾਂ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਔਰ ਜਿਹੜੀਆਂ ਇੱਥੇ 2 ਪੀੜ੍ਹੀਆਂ ਮੇਰੇ ਨਾਲ ਬੈਠੀਆਂ ਹੋਈਆਂ ਨੇ, ਇਹਨਾਂ ਨੇ ਆਪਣੇ ਫਾਦਰ ਸਾਹਿਬ ਦੀ ਤਸਵੀਰ ਵੀ ਤੁਹਾਨੂੰ ਦਿਖਾਈ ਹੈ। ਤਾਂ ਚੌਥੀ ਪੀੜ੍ਹੀ ਹੁਣ ਅੱਗੇ ਵੀ ਤਿਆਰ ਆ। ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੀ ਫਿਟਨੈਸ ਆ ਉਹ ਵੀ ਇੱਕ ਮਿਹਨਤ ਦੇ ਨਾਲ ਹੀ ਆਉਂਦੀ ਆ। ਅੱਜ ਦੇ ਟਾਈਮ ਦੇ ਵਿੱਚ ਫਿੱਟ ਹਰ ਕੋਈ ਰਹਿਣਾ ਚਾਹੁੰਦਾ, ਪਰ ਕਸਰਤ ਕੋਈ ਨਹੀਂ ਕਰਨਾ ਚਾਹੁੰਦਾ, ਨਾ ਹੀ ਕਿਸੇ ਕੋਲੇ ਟਾਈਮ ਹੈ। ਤਾਂ ਟਾਈਮ ਜ਼ਰੂਰ ਕੱਢਣਾ ਪੈਂਦਾ ਔਰ ਇਹਨਾਂ ਦੀ ਫਿਟਨੈਸ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਕਰ ਸਰ 87 ਦੀ ਏਜ ਵਿੱਚ ਇੰਨੇ ਫਿੱਟ ਨੇ ਤਾਂ ਐਕਸਰਸਾਈਜ਼ ਵੀ ਜ਼ਰੂਰੀ ਹੈ। ਔਰ ਸ਼ਾਰਟਕਟ ਜਿਹੜਾ ਜ਼ਰੂਰ ਮੈਂ ਤੁਹਾਨੂੰ ਕਹਾਂਗਾ, ਸਰ ਨੇ ਵੀ ਜਿੱਦਾਂ ਦੱਸਿਆ ਕਿ ਸ਼ਾਰਟਕਟ ਨਹੀਂ ਅਪਣਾਉਣੇ ਚਾਹੀਦੇ। ਇੱਕ ਨੈਚੁਰਲ ਤੌਰ ਦੇ ਉੱਤੇ ਜਿਹੜੀ ਐਕਸਰਸਾਈਜ਼ ਲਗਾਓ, ਆਪਣੀ ਡਾਈਟ ਨੂੰ ਪ੍ਰੋਪਰ ਰੱਖੋ। ਡਾਈਟ ਦੇ ਉੱਤੇ ਹੀ ਜਿਹੜਾ ਸਭ ਕੁਝ ਡਿਪੈਂਡ ਕਰਦਾ ਕਿ ਐਕਸਰਸਾਈਜ਼ ਦੇ ਨਾਲ ਜੇਕਰ ਡਾਈਟ ਲਗਾਉਂਦੇ ਹੋ, ਮਸਲਸ ਨੂੰ ਪ੍ਰੋਟੀਨ ਪ੍ਰੋਪਰ ਮਿਲਦਾ ਹੈ, ਤਾਂ ਐਕਸਰਸਾਈਜ਼ ਦੇ ਨਾਲ ਜਿਹੜਾ ਬਾਡੀ ਵੀ ਉਹ ਤੁਹਾਡੀ ਵਧੀਆ ਬਣਦੀ ਹੈ। ਸੋ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ। ਜੇਕਰ ਕੋਈ ਵਿਚਾਰ ਦੇਣਾ ਚਾਹੁੰਦੇ ਹੋ ਉਹ ਵੀ ਜ਼ਰੂਰ ਸਾਂਝਾ ਕਰ ਸਕਦੇ ਹੋ। ਔਰ ਅਗਰ ਕੋਈ ਤੁਹਾਡੇ ਮਨ ਦੇ ਵਿੱਚ ਸਵਾਲ ਹੈ ਤਾਂ ਉਹ ਵੀ ਤੁਸੀਂ ਇਹਨਾਂ ਦੀ ਜਿਹੜੀ ਬਾਡੀ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਐਕਸਰਸਾਈਜ਼ ਲਾਉਣੀ ਪੈਂਦੀ ਹੈ ਔਰ ਕਿਵੇਂ ਆਪਣੀ ਬਾਡੀ ਨੂੰ ਫਿੱਟ ਰੱਖਣ ਦੇ ਲਈ ਡੇਲੀ ਬੇਸ ਦੇ ਉੱਤੇ ਜਿਹੜੀ ਰੂਟੀਨ ਦੇ ਵਿੱਚ ਐਕਸਰਸਾਈਜ਼ ਉਹ ਜ਼ਰੂਰੀ ਹੈ।